ਦਰਸ਼ਕੋ ਅੱਜ ਅਸੀਂ ਪਹੁੰਚੇ ਹਾਂ ਪਟਿਆਲਾ ਵਿਖੇ। ਇੱਥੇ ਡਾਕਟਰ ਅਮਰ ਸਿੰਘ ਆਜ਼ਾਦ ਜੋ ਕਿ ਮਸ਼ਹੂਰ ਜਿਹੜੇ ਸਿਹਤ ਮਾਹਿਰ ਨੇ, ਕੁਦਰਤੀ ਇਲਾਜ ਪ੍ਰਣਾਲੀਆਂ ਦੇ ਮਾਹਿਰ ਡਾਕਟਰ ਵਜੋਂ ਪੰਜਾਬ ਵਿੱਚ ਨਹੀਂ ਪੂਰੇ ਜਿਹੜੀ ਹੈਗੀ ਆ ਨਾਰਥ ਇੰਡੀਆ ਬੈਲਟ ਵਿੱਚ ਮਸ਼ਹੂਰ ਨੇ। ਉਹਨਾਂ ਨੇ ਇੱਥੇ ਸੈਂਟਰ ਖੋਲ੍ਹਿਆ ਦਵਾਈਆਂ ਛਡਾਉਣ ਦਾ। ਆਮ ਤੌਰ 'ਤੇ ਡਾਕਟਰ ਹੁੰਦੇ ਨੇ ਜਿਹੜੇ ਬਿਮਾਰੀਆਂ ਦਾ ਇਲਾਜ ਕਰਦੇ ਨੇ ਦਵਾਈਆਂ ਨਾਲ, ਅਤੇ ਉਹ ਅੱਜ ਕੱਲ੍ਹ ਇਲਾਜ ਕਰਦੇ ਨੇ ਦਵਾਈਆਂ ਛਡਾ ਕੇ। ਜਿਨ੍ਹਾਂ ਨੂੰ 10-10 20 ਸਾਲ ਹੋ ਗਏ ਲਗਾਤਾਰ ਦਵਾਈਆਂ 'ਤੇ ਲੱਗੇ ਹੋਏ ਨੇ, BP ਦੇ ਮਰੀਜ਼ ਨੇ ਜਾਂ ਸ਼ੂਗਰ ਦੇ ਮਰੀਜ਼ ਨੇ, ਉਹਨਾਂ ਦੀਆਂ ਦਵਾਈਆਂ ਛਡਾਉਂਦੇ ਨੇ। ਆਓ ਇਸ ਹਸਪਤਾਲ ਨੂੰ ਵਿਜ਼ਿਟ ਕਰਦੇ ਹਾਂ ਅਤੇ ਉਹਦਾ ਦਿਖਾਉਂਦੇ ਹਾਂ ਅਤੇ ਡਾਕਟਰ ਸਾਹਿਬ ਨਾਲ ਗੱਲ ਕਰਦੇ ਹਾਂ। ਥੈਂਕ ਯੂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਅਸੀਂ ਤੁਹਾਡਾ ਬੜਾ ਸੁਣਿਆ ਕਿ ਤੁਸੀਂ ਦਵਾਈਆਂ ਛਡਾਉਂਦੇ ਹੋ। ਆਮ ਤੌਰ 'ਤੇ ਡਾਕਟਰ ਤਾਂ ਬੜੇ ਲੰਬੇ ਸਮੇਂ ਤੋਂ ਪਹਿਲਾਂ ਆਯੁਰਵੈਦਿਕ ਸੀ, ਫਿਰ ਐਲੋਪੈਥੀ ਚੱਲ ਪਈ, ਹੋਮਿਓਪੈਥੀ ਚੱਲ ਪਈ, ਜਿੰਨੀਆਂ ਵੀ ਪੈਥੀਆਂ ਆਮ ਤੌਰ 'ਤੇ ਹੁੰਦਾ ਕਿ ਕਿਸੇ ਵੀ ਬਿਮਾਰੀ ਨੂੰ ਜਿਹੜੀ ਛਡਾਉਣ ਵਾਸਤੇ ਡਾਕਟਰ ਉਹ ਮੈਡੀਸਨ ਦਿੰਦੇ ਨੇ, ਭਾਵੇਂ ਆਯੁਰਵੈਦਿਕ ਹੋਵੇ ਭਾਵੇਂ ਹੋਮਿਓਪੈਥੀ ਹੋਵੇ। ਤੁਸੀਂ ਤੁਹਾਡੇ ਬਾਰੇ ਬੜਾ ਅਸੀਂ ਮੀਡੀਆ 'ਚ ਵੀ ਹੋਰ ਸੁਣਿਆ ਹੈ ਕਿ ਲੋਕਾਂ ਤੋਂ ਬਹੁਤ ਸਾਰੇ ਮਰੀਜ਼ਾਂ ਤੋਂ ਸੁਣਿਆ ਕਿ ਤੁਸੀਂ ਦਵਾਈਆਂ ਛਡਾਉਂਦੇ ਹੋ, ਅਤੇ ਇਹਦੇ ਬਾਰੇ ਸਾਨੂੰ ਦੱਸੋ ਪਹਿਲਾਂ ਆਪਣੇ ਕਲੀਨਿਕ ਬਾਰੇ, ਕਿਵੇਂ ਤੁਹਾਡੇ ਦਿਮਾਗ 'ਚ ਆਈਡੀਆ ਆਇਆ? ਨਿਰਮਲ ਜੀ ਇੱਦਾਂ, ਮੈਂ ਜਦ ਤੋਂ MBBS ਕੀਤੀ 1972 ਦੀ ਗੱਲ ਹੈ, 50 ਸਾਲ ਹੋ ਗਏ, ਤਾਂ ਮੈਨੂੰ ਜਿਹੜਾ ਇਹ ਦਵਾਈਆਂ ਵਾਲਾ ਮਾਡਲ ਸੀਗਾ, ਇਹਦੇ ਅੰਦਰ ਜਿਹੜੀਆਂ ਇਹਦੀਆਂ ਕਮਜ਼ੋਰੀਆਂ ਨੇ ਉਹ ਸ਼ੁਰੂ ਤੋਂ ਹੀ ਕੁਛ ਦਿਖਣ ਲੱਗ ਗਈਆਂ ਸੀਗੀਆਂ। ਅਤੇ ਫਿਰ ਜਿਵੇਂ ਮੈਂ ਇਹਦੇ 'ਚ ਇਸ ਸਿਸਟਮ ਦੇ ਅੰਦਰ ਵਿਚਰਿਆ ਤਾਂ ਮੈਨੂੰ ਇਹ ਸਮਝ ਆਉਣ ਲੱਗੀ ਕਿ ਜਿਹੜਾ ਮਾਡਲ ਹੈ ਇਹ ਬਿਮਾਰੀ ਡਿਜ਼ੀਜ਼ ਬੇਸਡ ਅਤੇ ਡਰੱਗ ਬੇਸਡ ਮਾਡਲ, ਡਿਜ਼ੀਜ਼, ਡਰੱਗ ਅਤੇ ਡਾਕਟਰ, ਕਿ ਸਾਰਾ ਜਿਹੜਾ ਸਿਹਤ ਦਾ ਮੁੱਦਾ ਹੈ ਉਹ ਤਿੰਨ ਚੀਜ਼ਾਂ ਦੇ ਆਲੇ ਦੁਆਲੇ ਘੁੰਮਦਾ। ਕਿ ਬਿਮਾਰੀਆਂ 'ਚ ਕਲਾਸੀਫਾਈ ਕਰ ਦਿਓ ਕਿ ਫਲਾਂ ਬਿਮਾਰੀ ਹੈ, ਬੰਦੇ ਨੂੰ ਚੇਪੀ ਲਾ ਦਿਓ, ਉਹਦੇ ਉੱਪਰ ਲੇਬਲ ਲਾ ਦਿਓ। ਫਿਰ ਉਹਦੀ ਇੱਕ ਡਰੱਗ ਸਪੈਸੀਫਿਕ, ਹਰ ਬਿਮਾਰੀ ਦੀ ਡਰੱਗ ਅਲੱਗ-ਅਲੱਗ ਹੈ। ਫਿਰ ਡਾਕਟਰ ਕੋਲ ਆਈ ਜਾਓ ਅਤੇ ਫੋਲੋ ਕਰੀ ਜਾਓ। ਉਹਦੇ ਲਈ ਕਦੀ ਟੈਸਟ ਕਰਾਓ, ਕਦੀ ਸਰਜਰੀ ਕਰਾਓ, ਕਦੀ ਦਵਾਈ ਬਦਲੋ, ਕਦੀ ਇੱਕ ਪਾਓ ਕਦੀ ਦੂਜੀ ਪਾਓ। ਇਹ ਮਾਡਲ ਜਿਹੜਾ ਹੈ ਇਹ ਦੁਨੀਆ 'ਚ ਇਸ ਵੇਲੇ ਟੋਟਲ ਫਲॉप ਹੋਣ ਜਾ ਰਿਹਾ। ਇਹਦੀਆਂ ਸਪਸ਼ਟ ਇੰਡੀਕੇਸ਼ਨਸ ਪੂਰੀ ਦੁਨੀਆ ਦੇ ਅੰਦਰ ਮਿਲ ਰਹੀਆਂ ਨੇ ਕਿ ਇਹ ਜਿਹੜਾ ਮਾਡਲ ਹੈ ਇਹ ਸਮਝ ਹੀ ਗਲਤ ਹੈ। ਇਹ ਸਰੀਰ ਦੀ ਸਮਝ ਹੀ ਗਲਤ ਹੈ। ਜਿਸ ਸਮਝ ਦੇ ਉੱਪਰ ਆਧਾਰਿਤ ਹੈ ਉਹ ਜਿਹੜੀ ਸਮਝ ਹੈ ਉਹ ਬਹੁਤ ਪੁਰਾਣੀ ਹੋ ਗਈ। ਉਹ ਨਿਊਟਨ ਦਾ ਜਿਹੜਾ ਫਿਜ਼ਿਕਸ ਦਾ ਯੁੱਗ ਸੀਗਾ, ਜਿੱਥੇ ਕੈਪੀਟਲਿਜ਼ਮ ਡਿਵੈਲਪ ਹੋ ਰਿਹਾ ਸੀਗਾ, ਜਿੱਥੇ ਅੰਦਰ ਕਿ ਚੀਜ਼ਾਂ ਨੂੰ ਤੋੜ ਕੇ ਦੇਖਣਾ ਜਿੱਦਾਂ ਕਿਸੇ ਸਰੀਰ ਕੋਈ ਮਸ਼ੀਨ ਹੋਵੇ। ਸਰੀਰ ਇੱਦਾਂ ਹੈ ਨਹੀਂ ਗਾ। ਸਰੀਰ ਦੀ ਬਣਤਰ ਜਿਹੜੀ ਹੈ ਉਹ ਇੱਦਾਂ ਨਹੀਂ ਹੈ ਮਸ਼ੀਨ ਵਾਂਗੂ। ਮਸ਼ੀਨ ਇੱਕ ਮੁਰਦਾ ਚੀਜ਼ ਹੈ। ਉਹਦੇ ਪੁਰਜੇ ਨੇ, ਪੁਰਜੇ ਬਦਲੇ ਵੀ ਜਾ ਸਕਦੇ ਹੈ, ਪੁਰਜਿਆਂ ਨੂੰ ਉਹਦੀ ਰਿਪੇਅਰ ਵੀ ਕੀਤੀ ਜਾ ਸਕਦੀ ਹੈ, ਲੇਕਿਨ ਬਾਹਰੋਂ ਕਰਨੀ ਪੈਂਦੀ ਹੈ। ਉਹਦੇ ਅੰਦਰ ਕੋਈ ਮੈਕੈਨਿਜ਼ਮ ਨਹੀਂ ਹੈ। ਲੇਕਿਨ ਜਿਹੜੀ ਮਨੁੱਖ ਦੇ ਸਰੀਰ ਦੀ ਜਿਹੜੀ ਰਚਨਾ ਹੈ ਜਾਂ ਜਿਹੜੇ ਜੀਵਨ ਹੈ ਜਿਹੜਾ, ਉਹਦੇ ਅੰਦਰ ਇੱਕ ਸੈਲਫ ਰੈਗੂਲੇਸ਼ਨ ਹੁੰਦੀ ਹੈ ਕਿ ਉਹ ਆਪਣੇ ਆਪ ਨੂੰ ਆਪੇ ਠੀਕ ਕਰ ਸਕਦਾ। ਸੋ ਕੁਦਰਤ ਨਾਲ ਜਿਹੜਾ ਸਿਸਟਮ ਹੈ ਤੁਸੀਂ ਪਾਓਗੇ ਕਿ ਉਹ ਨਾ ਤਾਂ ਉਹਦੇ ਕੁਛ ਘਟਦਾ ਨਾ ਵੱਧਦਾ, ਨਾ ਉਹਦੇ ਕੋਈ ਕੈਮੀਕਲ ਦਵਾਈਆਂ ਦਾ ਕੋਈ ਰੋਲ ਹੀ ਨਹੀਂ ਹੈ। ਉਹਦੇ 'ਚ ਕੋਈ ਕੈਮੀਕਲ ਮਾਡਲ ਜਿਹੜਾ ਕੈਮੀਕਲ ਦੇ ਕੇ ਦਵਾਈਆਂ ਦਾ ਦੇ ਕੇ ਜਿਹੜਾ ਬਿਮਾਰੀਆਂ ਨੂੰ ਠੀਕ ਕਰਨ ਦਾ ਮਾਡਲ ਹੈ ਕਿ ਕਿਤੇ ਦਰਦ ਘਟਾਤੀ, ਕਿਤੇ ਫੀਵਰ ਘਟਾਤਾ, ਕਿਤੇ ਸ਼ੂਗਰ ਦੀ ਲੈਵਲ ਘਟ ਗਿਆ, ਕਿਤੇ BP ਦਾ ਲੈਵਲ ਘਟ ਗਿਆ। ਇੱਕ ਉਹੀ ਮਾਡਲ ਹੈ ਪੁਰਾਣਾ ਨਿਊਟੋਨੀਅਨ ਮਾਡਲ, ਜਿਹਦੀ ਸਮਝ ਜਿਹੜੀ ਹੈ ਬਹੁਤ ਹੀ ਉਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਹਾਂ ਰਿਡਕਸ਼ਨਿਸਟ ਮਾਡਲ, ਕਿ ਚੀਜ਼ਾਂ ਨੂੰ ਤੋੜ ਕੇ ਦੇਖਣਾ ਕਿ BP ਕੁਛ ਅਲੱਗ ਚੀਜ਼ ਹੈ, ਸ਼ੂਗਰ ਕੋਈ ਅਲੱਗ ਚੀਜ਼ ਹੈ, ਜਿਹੜੇ ਐਸਥਮਾ ਕੋਈ ਅਲੱਗ ਚੀਜ਼ ਹੈ। ਇੱਦਾਂ ਉਹ ਸਮਝ ਸਾਰੀ ਆਊਟਡੇਟਡ ਹੋ ਚੁੱਕੀ ਹੈ। ਇਸ ਵੇਲੇ ਦੁਨੀਆ ਦੇ ਵਿੱਚ ਜਿੱਥੇ ਅਸੀਂ ਪਹੁੰਚ ਚੁੱਕੇ ਹਾਂ, ਉਹ ਕਹਿੰਦਾ ਹੈ ਕਿ ਇੱਕ ਬਹੁਤ ਹੀ ਇੰਟੈਗਰੇਟਡ ਚੀਜ਼ ਹੈ ਹਿਊਮਨ ਬਾਡੀ ਅੱਗੇ ਨੇਚਰ ਨਾਲ ਇੰਟੈਗਰੇਟ ਹੋਈ ਵੀ ਹੈ ਅਤੇ ਨੇਚਰ ਪੂਰੇ ਕਾਸਮੋਸ ਨਾਲ ਇੰਟੈਗਰੇਟਡ ਹੈ। ਤਾਂ ਇਹ ਪੂਰਾ ਹੋਲ ਜਿਹੜਾ ਹੈ ਕਾਸਮੋਸ ਟੂ ਨੇਚਰ ਟੂ ਹਿਊਮਨ ਬੀਇੰਗ ਇੱਕ ਹੋਲ ਹੈ
ਜਿਸ ਤਰ੍ਹਾਂ ਫਾਰ ਐਗਜ਼ਾਮਪਲ ਹਵਾ 'ਚ ਜੋ ਕੁਛ ਤਬਦੀਲੀ ਹੋਣੀ ਹੈ ਉਹ ਸਾਡੇ 'ਚ ਇਮੀਡੀਏਟਲੀ ਰਿਫਲੈਕਟ ਹੋਏਗੀ, ਜੋ ਪਾਣੀ 'ਚ ਤਬਦੀਲੀ ਹੈ ਇਮੀਡੀਏਟਲੀ ਰਿਫਲੈਕਟ ਹੋਏਗੀ, ਜੋ ਸਾਡੇ ਮਿੱਟੀ 'ਚ ਹੈ ਉਹ ਖਾਣੇ ਰਾਹੀਂ ਸਾਡੇ 'ਚ ਇਮੀਡੀਏਟਲੀ ਰਿਫਲੈਕਟ ਹੋਏਗੀ। ਤੋ ਇਸ ਕਰਕੇ ਜਿਹੜਾ ਇਹ ਚੀਜ਼ਾਂ ਨੂੰ ਤੋੜ ਕੇ ਔਰ ਅੱਡ ਜਾ ਕਰਕੇ ਦੇਖਣ ਦਾ ਮਾਡਲ ਸੀਗਾ, ਰਿਡਕਸ਼ਨਿਸਟ ਮਾਡਲ ਸੀਗਾ, ਉਹਦੇ ਮੁਕਾਬਲੇ 'ਚ ਹੁਣ ਹੋਲਿਸਟਿਕ ਮਾਡਲ ਆ ਗਿਆ ਕਿ ਸਰੀਰ ਨੂੰ ਐਜ਼ ਏ ਹੋਲ ਹੀਲ ਕਰੋ। ਜੇ ਉਹਨੂੰ ਕੋਈ ਨੁਕਸ ਪੈ ਵੀ ਗਿਆ ਉਹਦੇ 'ਚ, ਪਹਿਲੀ ਗੱਲ ਤਾਂ ਨੇਚਰ 'ਚ ਨੁਕਸ ਪੈਂਦਾ ਨਹੀਂ ਹੈ ਜੇ ਤੁਸੀਂ ਠੀਕ ਠਾਕ ਚੱਲੋ ਤਾਂ। ਜੇ ਤੁਸੀਂ ਨੇਚਰ ਦੇ ਨਿਯਮਾਂ ਦੀ ਉਲੰਘਣਾ ਨਾ ਕਰੋ ਤਾਂ ਇਹਦੇ 'ਚ ਨੁਕਸ ਪੈਂਦਾ ਹੀ ਨਹੀਂ, ਕਿ ਉਹਦੀ ਇੱਕ ਪ੍ਰੋਗਰਾਮਿੰਗ ਹੋਈ ਹੈ ਕਿ ਹਰ ਜੀਵ ਨੇ ਇੰਨੇ ਸਾਲ ਜਿਉਣਾ ਔਰ ਉਹਨੇ ਸਾਲ ਉਹ ਜਿਉਂਦਾ। ਉਹ ਥੋੜ੍ਹਾ ਬਹੁਤਾ ਅਪ ਡਾਊਨ ਹੋ ਸਕਦਾ ਹਾਲਾਤਾਂ ਦੇ ਹਿਸਾਬ ਨਾਲ ਕਿ ਉਹਦਾ ਆਲਾ ਦੁਆਲਾ ਕਿੱਦਾਂ ਦਾ ਹੈ, ਹਵਾ ਕਿੱਦਾਂ ਦੀ ਹੈ, ਪਾਣੀ ਕਿੱਦਾਂ ਦਾ ਹੈ, ਫੂਡ ਕਿੱਦਾਂ ਦਾ ਹੈ, ਕਲਾਈਮੇਟ ਕਿੱਦਾਂ ਦਾ ਹੈ, ਉਹਦੇ ਸਟਰੈਸ ਕਿੰਨਾ ਹੈ, ਉਹਦੇ ਜੀਵਨ ਦਾ ਜਿਹੜਾ ਉਹਦੇ ਜਿਉਣ ਦਾ ਜਿਹੜਾ ਢੰਗ ਹੈ ਉਹ ਕਿੰਨਾ ਸਟਰੈਸਫੁਲ ਹੈ। ਸੋ ਕੁਛ ਗੱਲਾਂ 'ਤੇ ਕੁਛ ਚੀਜ਼ਾਂ ਦਾ ਫਰਕ ਪੈ ਸਕਦਾ, ਲੇਕਿਨ ਬਹੁਤਾ ਫਰਕ ਨਹੀਂ ਪੈਂਦਾ। ਅਤੇ ਹਿਊਮਨ ਬਾਡੀ ਦੀ ਜਿਹੜੀ ਪ੍ਰੋਗਰਾਮਿੰਗ ਹੈ ਉਹ ਲਗਭਗ 125 ਸਾਲ ਦੀ ਹੈ, ਅਤੇ ਉਹ 125 ਸਾਲ ਦੇ ਹਿਸਾਬ ਨਾਲ ਜਿਹੜਾ ਹੈ ਮਨੁੱਖ ਨੂੰ ਜਿਉਣਾ ਚਾਹੀਦਾ ਜੇ ਉਹ ਨੇਚਰ ਦੇ ਨਿਯਮਾਂ ਦੀ ਉਲੰਘਣਾ ਨਾ ਕਰੇ ਤਾਂ। ਲੇਕਿਨ ਇੱਥੇ ਕਿਉਂਕਿ ਸਿਸਟਮ ਜਿਹੜਾ ਹੈ ਉਹ ਪ੍ਰੋਫਿਟ ਓਰੀਐਂਟਡ ਹੈ ਅਤੇ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਫਾਰਮਾ ਕੰਪਨੀਆਂ ਦਾ ਕੰਟਰੋਲਡ ਹੈ। ਉਹਦੇ 'ਚ ਸਾਰੀ ਰਿਸਰਚ, ਸਾਰੇ ਸਿਲੇਬਾਈ ਸਾਰੇ ਕਿਤੇ ਨਾ ਕਿਤੇ ਉਹ ਪ੍ਰੋਫਿਟ ਸੈਂਟਰ 'ਚ ਹੈ ਉਹਦੇ, ਅਤੇ ਪ੍ਰੋਫਿਟ ਦੇ ਹਿਸਾਬ ਨਾਲ ਸਾਰੀ ਗੱਲ ਨੂੰ ਮੋਡੀਫਾਈ ਕੀਤਾ ਜਾਂਦਾ। ਉਹਦੇ ਸੈਂਟਰ 'ਚ ਹਿਊਮਨ ਹੈਲਥ ਨਹੀਂ ਹੈ। ਪਰ ਡਾਕਟਰ ਸਾਹਿਬ ਬੜੇ ਲੰਬੇ ਇਹ ਜਿਹੜੇ ਫਾਰਮੇਸੀ ਕੰਪਨੀਆਂ ਇਹ ਤਾਂ ਹੁਣ ਆ ਗਈਆਂ 50-100 ਸਾਲ ਦੇ ਵਿੱਚ, ਇਹ ਬੜੇ ਸੈਂਕੜੇ ਸਾਲ ਦਾ ਇਤਿਹਾਸ ਹੈ ਕਿ ਪਹਿਲਾਂ ਤੋਂ ਵੀ ਜਿਹੜੇ ਵੀ ਨੇਚਰ 'ਚ ਕੁਛ ਵੀ ਅਪਸੈਟ ਹੁੰਦਾ, ਭਾਵੇਂ ਸਰੀਰ 'ਚ ਹੁੰਦਾ, ਭਾਵੇਂ ਪਾਣੀਆਂ 'ਚ ਹੁੰਦਾ, ਭਾਵੇਂ ਧਰਤੀ 'ਚ ਹੁੰਦਾ। ਜੇ ਆਪਾਂ ਧਰਤੀ 'ਚ ਕੁਛ ਉਗਾਉਂਦੇ ਆ, ਉਹਨੂੰ ਕੋਈ ਕਿਸੇ ਚੀਜ਼ ਦੀ ਘਾਟ ਹੈ, ਉਹਨੂੰ ਆਪਾਂ ਕੋਈ ਨਾ ਕੋਈ ਜੇ ਕਿਸੇ ਵੀ ਜਿਹੜੀ ਵੀ ਚੀਜ਼ ਦੀ ਘਾਟ ਹੈ, ਜਿਪਸਮ ਦੀ ਘਾਟ ਹੈ ਕੋਈ ਵੀ, ਉਹ ਦਿੰਦੇ ਆਪਾਂ ਬਾਰੀ ਦੇ। ਜੇ ਪਾਣੀ 'ਚ ਹੈ ਕਿ ਪਾਣੀ 'ਚੋਂ ਜਿਵੇਂ ਸਮੁੰਦਰ ਦੇ ਪਾਣੀ ਨੂੰ ਪੀਣ ਵਾਸਤੇ ਸੋਧਿਆ ਜਾਂਦਾ, ਉਹਦੇ ਵਿੱਚ ਕੁਛ ਕੈਮੀਕਲ ਪਾ ਕੇ ਉਹਦੀ ਸਦਾਈ ਕੀਤੀ ਜਾਂਦੀ ਹੈ। ਐਵੇਂ ਸਰੀਰ 'ਚ ਜੇ ਕੋਈ ਕਿਸੇ ਚੀਜ਼ ਦੀ ਘਾਟ ਆਉਂਦੀ ਹੈ, ਕੈਲਸ਼ੀਅਮ ਦੀ ਘਾਟ ਆਉਂਦੀ ਹੈ, ਉਹਨੂੰ ਹੁਣ ਤੱਕ ਇਹੀ ਰਿਸਰਚ ਰਹੀ ਹੈ, ਤੁਸੀਂ ਵੀ MD ਬਹੁਤ ਲੰਬੀ ਰਿਸਰਚ ਕੀਤੀ ਹੈ, ਅਤੇ ਫਿਰ ਤੁਸੀਂ ਹੁਣ ਇਹਨੂੰ ਕਿਵੇਂ ਤੁਹਾਨੂੰ ਲੱਗਾ ਕਿ ਹੁਣ ਬਿਨਾਂ ਉਹਦੇ ਤੋਂ ਸਾਰਿਆ ਜਾ ਸਕਦਾ? ਨਹੀਂ ਇੱਦਾਂ ਨਹੀਂ ਹੈਗਾ ਕਿ ਨੇਚਰ ਦੇ ਅੰਦਰ ਇੱਦਾਂ ਦੀ ਕੋਈ ਘਾਟ ਨਹੀਂ ਪੈਂਦੀ। ਨੇਚਰ ਦੇ ਵਿੱਚ ਘਾਟ ਉਦੋਂ ਪੈਂਦੀ ਜਦੋਂ ਨੇਚਰ ਦੇ ਨਿਯਮਾਂ ਦੀ ਉਲੰਘਣਾ ਹੁੰਦੀ ਹੈ। ਉਦਾਹਰਨ ਦੇ ਤੌਰ 'ਤੇ ਤੁਸੀਂ ਜਿਹੜੀ ਉਦਾਹਰਨ ਦੇ ਰਹੇ ਹੋ ਉਹਦੇ 'ਚ ਦੇਖੋ, ਜਿਵੇਂ ਆਪਾਂ ਹਵਾ ਦਾ ਸਾਈਕਲ ਲਈਏ, ਹਵਾ ਜਿਹੜੀ ਹੈ ਬਣਦੀ ਹੈ, ਵਰਤੀ ਜਾਂਦੀ ਹੈ, ਫਿਰ ਬਣਦੀ ਹੈ। ਉਹਦਾ ਸਾਈਕਲ ਹੈ ਕਿ ਪੌਦੇ ਨੇ, ਟਰੀਜ਼ ਨੇ, ਉਹਨੂੰ ਹਵਾ ਨੂੰ ਲੈਂਦੇ ਆ, ਉਹ ਖਾਸ ਢੰਗ ਨਾਲ ਪ੍ਰੋਸੈਸ ਕਰਦੇ ਆ, ਕਾਰਬਨ ਡਾਈਆਕਸਾਈਡ ਨੂੰ ਵਰਤ ਲੈਂਦੇ ਆ, ਆਕਸੀਜਨ ਨੂੰ ਦੇ ਦਿੰਦੇ ਆ ਫਰੈਸ਼ ਕਰਕੇ। ਅਸੀਂ ਉਹਨੂੰ ਆਕਸੀਜਨ ਨੂੰ ਵਰਤਦੇ ਹਾਂ, ਕਾਰਬਨ ਡਾਈਆਕਸਾਈਡ ਛੱਡ ਦਿੰਦੇ ਹਾਂ, ਤਾਂ ਕੋਈ ਮਤਲਬ ਹਵਾ ਦਾ ਕਦੀ ਬੈਲੈਂਸ ਖਰਾਬ ਨਹੀਂ ਹੋਏਗਾ। ਜੇ ਕੁਦਰਤ ਦੇ ਨਿਯਮ ਠੀਕ ਠਾਕ ਨੇ, ਕੋਈ ਆਲੇ ਦੁਆਲੇ ਪ੍ਰਦੂਸ਼ਣ ਨਹੀਂ ਹੋ ਰਿਹਾ ਤਾਂ ਕੁਛ ਨਹੀਂ ਹੁੰਦਾ। ਸੇਮ ਪਾਣੀ ਦਾ, ਕਿ ਪਾਣੀ ਸਮੁੰਦਰ ਤੋਂ ਆਉਂਦਾ, ਹਰ ਪਾਣੀ ਧਰਤੀ ਦੇ ਉੱਪਰ ਪਾਣੀ ਕਿਸੇ ਵੀ ਸ਼ਕਲ 'ਚ ਸਮੁੰਦਰ ਦਾ ਪਾਣੀ ਹੈ। ਅਲਟੀਮੇਟਲੀ ਸਮੁੰਦਰ ਤੋਂ ਪਾਣੀ ਨੀਚੇ ਤੱਕ ਨਿਯਮ ਹੈ ਕਿ ਸਮੁੰਦਰ ਤੋਂ ਪਾਣੀ ਨੇ ਉੱਡਣਾ ਹੈ, ਬੱਦਲ ਬਣਨਾ, ਫਿਰ ਉਹ ਬਰਸਣਾ ਅਤੇ ਫਿਰ ਧਰਤੀ 'ਤੇ ਵਿਚਰਨਾ ਹੈ। ਅਤੇ ਧਰਤੀ 'ਤੇ ਜਿਸ ਢੰਗ ਨਾਲ ਉਹ ਵਿਚਰਦਾ ਹੈ ਤਾਂ ਉਹਦੇ ਅੰਦਰ ਸੈਲਫ ਰੈਗੂਲੇਸ਼ਨ ਹੈ, ਉਹਦੇ 'ਚ ਕੁਛ ਵੀ ਐਡ ਸਬਟਰੈਕਟ ਕਰਨ ਦੀ ਲੋੜ ਨਹੀਂ ਹੈ। ਤਾਂ ਇਸੇ ਤਰ੍ਹਾਂ ਜਿਹੜੇ ਨਿਊਟਰੀਐਂਟਸ ਨੇ ਧਰਤੀ ਦੇ ਅੰਦਰ, ਧਰਤੀ ਦੇ ਵਿੱਚ ਕਦੀ ਵੀ ਨਿਊਟਰੀਐਂਟਸ ਘੱਟਦੇ ਨਹੀਂ ਹੈ। ਇਹ ਸਾਨੂੰ ਸਾਰੀ ਸਾਇੰਸ ਗਲਤ ਪੜ੍ਹਾਈ ਗਈ ਹੈ ਕਿ ਖੇਤੀ ਕਰੋਗੇ ਤਾਂ ਜਿਹੜੀ ਖੁਰਾਕੀ ਤੱਤਾਂ ਦੀ ਘਾਟ ਹੋ ਜਾਏਗੀ। ਕੋਈ ਖੁਰਾਕੀ ਤੱਤਾਂ ਦੀ ਘਾਟ ਨਹੀਂ, ਉਲਟਾ ਹੁੰਦਾ। ਜਿੰਨੀਆਂ ਫਸਲਾਂ ਪੈਦਾ ਕਰੋਗੇ ਉਨੀ ਖੁਰਾਕੀ ਤੱਤ ਸਗੋਂ ਰਿਚ ਹੋ ਜਾਣਗੇ, ਪ੍ਰੋਵਾਈਡਡ ਤੁਸੀਂ ਨੇਚਰ ਦਾ ਨਿਯਮ ਵਾਇਲੇਟ ਨਾ ਕਰੋ। ਜਦੋਂ ਅਸੀਂ ਨੇਚਰ ਦਾ ਨਿਯਮ ਵਾਇਲੇਟ ਕਰਨ ਲੱਗੇ ਤਾਂ ਜਿਹੜਾ ਉਹਦੀ ਰਹਿੰਦ ਖੂੰਹਦ ਸੀਗੀ ਪੌਦਿਆਂ ਦੀ, ਉਹ ਵਾਪਸ ਜਾਣਾ ਬੰਦ ਹੋ ਗਈ। ਜਿਹੜੀ ਜਾਨਵਰਾਂ ਦਾ ਮਲ ਮੂਤਰ ਸੀ ਉਹ ਵਾਪਸ ਜਾਣਾ ਬੰਦ ਹੋ ਗਿਆ ਧਰਤੀ 'ਚ, ਤਾਂ ਉਦੋਂ ਫਿਰ ਉਹ ਘਾਟਾਂ ਪਈਆਂ। ਸੋ ਅਦਰਵਾਈਜ਼ ਫਾਰ ਐਗਜ਼ਾਮਪਲ ਇੱਕ ਫੋਰੈਸਟ ਹੈ, ਜੰਗਲ ਹੈ, ਜੰਗਲ 'ਚ ਕਦੀ ਕਿਸੇ ਮਿੱਟੀ 'ਚ ਕਿਸੇ ਤੱਤ ਦੀ ਘਾਟ ਨਹੀਂ ਪੈਂਦੀ, ਕਿਉਂਕਿ ਉਹਦੇ ਅੰਦਰ ਸੈਲਫ ਰੈਗੂਲੇਸ਼ਨ ਹੈ। ਔਰ ਐਡੀ ਵਧੀਆ ਸੈਲਫ ਰੈਗੂਲੇਸ਼ਨ ਹੈ ਕਿ ਉਦਾਹਰਨ ਦੇ ਤੌਰ 'ਤੇ ਕੋਈ ਬੂਟਾ ਮੰਨ ਲਓ ਆਪਾਂ ਲਾਈਏ ਕਿ ਜਿਹੜੇ ਅਨਾਜ ਵਾਲਾ ਫੈਮਿਲੀ ਹੈ ਅਤੇ ਦੋ ਦਲੇ ਨੇ ਦਾਲਾਂ ਵਾਲੀ ਫੈਮਿਲੀ ਹੈ, ਇਹ ਕੁਦਰਤ ਦੇ ਜੋ ਦੀ ਪ੍ਰਪੋਰਸ਼ਨ ਹੈ ਉਹੀ ਪ੍ਰਪੋਰਸ਼ਨ ਹਿਊਮਨ ਬੀਇੰਗ ਨੂੰ ਚਾਹੀਦੀ ਹੈ। ਮਤਲਬ 80-20 ਹੈ, 20% ਦਾਲਾਂ ਵਾਲੇ ਪੌਦੇ ਹੈ ਅਤੇ 80% ਅਨਾਜ ਵਾਲੇ ਪੌਦੇ ਹੈ। ਸੇਮ ਪ੍ਰਪੋਰਸ਼ਨ ਸਾਨੂੰ ਚਾਹੀਦਾ। ਤਾਂ ਇਸੇ ਤਰ੍ਹਾਂ ਕਿਤੇ ਨਾ ਕਿਤੇ ਉਹ ਸੈਲਫ ਰੈਗੂਲੇਸ਼ਨ ਹੈ। ਤਾਂ ਜੋ ਅਸੀਂ, ਕਿਉਂਕਿ ਕੋਈ ਵੀ ਜੀਵ ਜਿਹੜਾ ਹੈ ਕੁਦਰਤ ਨੂੰ ਵਰਤਦਾ ਹੀ ਨਹੀਂ ਹੈ ਪਰਮਾਨੈਂਟਲੀ, ਉਹ ਕੁਦਰਤ ਨੂੰ ਵਰਤਦਾ, ਜੰਮਦਾ, ਬਚਪਨ ਹੈ, ਜਵਾਨੀ ਹੈ, ਬੁਢਾਪਾ ਹੈ, ਫਿਰ ਵਾਪਸ ਉਹਦਾ ਸਾਰਾ ਕੁਛ ਮਲ ਮੂਤਰ ਦੀ ਸ਼ਕਲ 'ਚ ਜਾਂ ਡੈਡ ਬੋਡੀ ਦੀ ਸ਼ਕਲ 'ਚ ਵਾਪਸ ਚਲਾ ਜਾਂਦਾ। ਤਾਂ ਉਹ ਸਾਈਕਲ ਅਸਲ 'ਚ ਅਸੀਂ ਬ੍ਰੇਕ ਕਰ ਦਿੰਦੇ ਹਾਂ ਜਦੋਂ ਨੇਚਰ ਦੇ ਨਿਯਮ ਨੂੰ ਨਹੀਂ ਸਮਝਦੇ। ਅਸੀਂ ਆਪਣੇ ਆਪ ਨੂੰ ਦਾਦੇ ਸਮਝਦੇ ਹਾਂ ਅਤੇ ਮਨਮਰਜ਼ੀਆਂ ਕਰਦੇ ਹਾਂ। ਜੇ ਅਸੀਂ ਨੇਚਰ ਨੂੰ ਸਰੈਂਡਰ ਕਰਕੇ ਰਹੀਏ, ਨੇਚਰ ਨੂੰ ਆਪਣੇ ਆਪ ਨੂੰ ਨੇਚਰ ਨੂੰ ਇੱਕ ਕਿਸਮ ਦਾ ਆਪਣੀ ਮਾਂ ਮੰਨੀਏ, ਤਾਂ ਕਦੀ ਵੀ ਕੋਈ ਘਾਟ ਨਹੀਂ ਆਉਂਦੀ। ਇਸੇ ਤਰ੍ਹਾਂ ਮਨੁੱਖੀ ਸਰੀਰ ਹੈ। ਮਨੁੱਖੀ ਸਰੀਰ ਨੂੰ ਅਗਰ ਤੁਸੀਂ ਨੈਚੁਰਲ ਫੂਡ ਦਿਓਗੇ
ਤਾਂ ਕੋਈ ਘਾਟ ਨਹੀਂ ਆਏਗੀ। ਤਾਂ ਮਨੁੱਖ ਹਜ਼ਾਰਾਂ ਸਾਲਾਂ ਤੋਂ ਜਿਉਂਦਾ ਰਿਹਾ, ਜਦੋਂ ਜਿਹਨਾਂ ਬਿਮਾਰੀਆਂ ਦਾ ਕਦੀ ਸ਼ਿਕਾਰ ਹੋਇਆ ਵੀ ਸੀਗਾ, ਉਹ ਟੈਂਪਰੇਰੀ ਹੁੰਦਾ ਸੀਗਾ, ਤਾਂ ਉਹ ਬਿਮਾਰੀ ਵੀ ਕਿਸੇ ਨਾ ਕਿਸੇ ਉੱਥੋਂ ਦੇ ਜਿਹੜਾ ਡਿਸਬੈਲੈਂਸ ਹੁੰਦਾ ਸੀਗਾ ਤਾਂ ਹੁੰਦੀ ਸੀਗੀ, ਨਹੀਂ ਤਾਂ ਨਹੀਂ ਸੀ ਹੁੰਦੀ। ਉਦਾਹਰਨ ਦੇ ਤੌਰ 'ਤੇ ਮਲੇਰੀਆ ਹੋ ਗਿਆ, ਜਾਂ ਹੈਜਾ ਹੋ ਗਿਆ, ਜਾਂ ਪਲੇਗ ਹੋ ਗਈ, ਇਹ 3 ਬਿਮਾਰੀਆਂ ਜਿਹੜੀਆਂ ਬਹੁਤ ਫੈਲਦੀਆਂ ਸੀਗੀਆਂ। ਉਹਦੇ ਜਦੋਂ ਡਿਸਬੈਲੈਂਸ ਹੁੰਦਾ ਸੀ ਕਿ ਚੂਹੇ ਬਹੁਤ ਜ਼ਿਆਦਾ ਹੋ ਗਏ, ਤਾਂ ਚੂਹੇ ਜਦੋਂ ਬਹੁਤ ਜ਼ਿਆਦਾ ਹੋ ਗਏ ਤਾਂ ਚੂਹੇ ਬਿਮਾਰ ਹੋਏ ਤਾਂ ਉੱਥੋਂ ਪਲੇਗ ਹੋਈ, ਤਾਂ ਪਲੇਗ ਹੋ ਕੇ ਫਿਰ ਮਨੁੱਖਾਂ ਨੂੰ ਹੋਣ ਲੱਗੀ। ਜੇ ਉਹ ਬੈਲੈਂਸ ਨਾ ਵਿਗੜਦਾ ਉੱਥੇ, ਤਾਂ ਉਹ ਬੈਲੈਂਸ ਨਹੀਂ ਸੀ ਹੋ ਸਕਦਾ। ਗੰਗਾ ਤੋਂ ਜਿਹੜੀ ਕੋਈ ਹੈਜਾ ਹੁੰਦਾ ਸੀਗਾ, ਉਹ ਪਾਣੀ ਤੋਂ ਹੁੰਦਾ ਸੀਗਾ, ਕਿਉਂਕਿ ਪਾਣੀ ਅਤੇ ਮਨੁੱਖੀ ਮਲ ਮੂਤਰ ਆਪਸ 'ਚ ਮਿਕਸ ਹੁੰਦਾ ਸੀਗਾ। ਜਿੱਥੇ ਮਲ ਮੂਤਰ ਨਹੀਂ ਮਿਕਸ ਹੁੰਦਾ ਪਾਣੀ ਨਾਲ, ਕੋਈ ਉੱਥੇ ਹੈਜੇ ਦਾ ਮਤਲਬ ਨਹੀਂ ਹੈ। ਪਰ ਇਹ ਤਾਂ ਡਿਵੈਲਪਮੈਂਟ ਦਾ ਅਸੂਲ ਹੈ ਕਿ ਜੇ ਡਿਵੈਲਪਮੈਂਟ ਤਾਂ ਹੀ ਹੋਊਗੀ ਜੇ ਕੁਛ ਅਪਸੈਟ ਹੋਏਗਾ। ਨਹੀਂ, ਇਹ ਕੋਈ ਅਸੂਲ ਨਹੀਂ ਹੈ। ਇਹ ਤਾਂ ਅਸੂਲ ਇਸ ਕਰਕੇ ਬਣ ਗਿਆ ਕਿਉਂਕਿ ਕੈਪੀਟਲਿਜ਼ਮ ਨੇ ਕੀ ਕੀਤਾ ਕਿ ਪ੍ਰੋਫਿਟ ਸੈਂਟਰਿਕ ਕਰਤਾ। ਉਹਨੂੰ ਮਨੁੱਖ ਸੈਂਟਰਿਕ ਜਾਂ ਲਾਈਫ ਸੈਂਟਰਿਕ ਜਾਂ ਨੇਚਰ ਸੈਂਟਰਿਕ ਨਹੀਂ ਰੱਖਿਆ। ਜੇ ਨੇਚਰ ਸੈਂਟਰਿਕ ਰਹੇ, ਲਾਈਫ ਸੈਂਟਰਿਕ ਰਹੇ, ਮਨੁੱਖਤਾ ਦੀ ਸੈਂਟਰਿਕ ਰਹੇ, ਤਾਂ ਬਿਲਕੁਲ ਡਿਸਟਰਬ ਨਹੀਂ ਹੁੰਦਾ। ਬਿਲਕੁਲ ਜਿਵੇਂ ਮਨੁੱਖਤਾ ਤਾਂ ਫਿਰ ਉਹ ਜਿਵੇਂ ਜੰਗਲਾਂ 'ਚ ਮਨੁੱਖ ਰਹਿੰਦਾ ਸੀਗਾ, ਉਹ ਆਸਮ ਨੇਚਰਲ ਤਾਂ ਫਿਰ ਉਹੀ ਪ੍ਰੋਸੈਸ ਰਹਿ ਗਿਆ। ਜੇ ਆਪਾਂ ਡਿਵੈਲਪ ਹੋਏ ਹਾਂ, ਜੰਗਲਾਂ 'ਚੋਂ ਨਿਕਲੇ ਹਾਂ, ਅਤੇ ਇਟ ਮੀਨਜ਼ ਕੁਛ ਨਾ ਕੁਛ ਤਾਂ ਅਪਸੈਟ ਹੋਏਗਾ। ਨਹੀਂ, ਜੰਗਲਾਂ ਵਰਗੀ ਲਾਈਫ ਹੁਣ ਵੀ ਜੋਈ ਜਾ ਸਕਦੀ ਹੈ। ਬਿਲਕੁਲ ਤੁਸੀਂ ਆਪਣੇ ਘਰਾਂ ਦੇ ਆਲੇ ਦੁਆਲੇ ਜੰਗਲਾਂ ਵਰਗੀ ਲਾਈਫ ਕ੍ਰੀਏਟ ਕਰ ਸਕਦੇ ਹੋ। ਉਹ ਮੇਰੀ ਕਲੋਨੀ ਹੈ, ਉਹ ਆਲਮੋਸਟ ਫੋਰੈਸਟ ਹੈ। ਤਾਂ ਇਹ ਹੁਣ ਪਿੰਡਾਂ ਦੇ ਵਿੱਚ ਰਿਵਾਜ਼ ਸ਼ੁਰੂ ਹੋ ਗਿਆ ਵੀ ਆਪਣੇ ਆਲੇ ਦੁਆਲੇ ਮਿੰਨੀ ਫੋਰੈਸਟ ਕ੍ਰੀਏਟ ਕਰੋ। ਤਾਂ ਉਹ ਡਿਵੈਲਪਮੈਂਟ ਦੇ ਨਾਲ ਜੇ ਅਸੀਂ ਨੇਚਰ ਦਾ ਖਿਆਲ ਰੱਖਾਂਗੇ ਤਾਂ ਮੈਨੂੰ ਲੱਗਦਾ ਕਿ ਡਿਵੈਲਪਮੈਂਟ ਵੀ ਉੱਦਾਂ ਦੀ ਕੀਤੀ ਜਾ ਸਕਦੀ ਹੈ। ਡਿਵੈਲਪਮੈਂਟ ਦੇ ਵਿੱਚ ਇਸ ਕਰਕੇ ਸਾਰਾ ਵਿਕਾਰ ਆਇਆ ਕਿ ਤੁਸੀਂ ਸਿਰਫ ਕੁਛ ਚੀਜ਼ਾਂ ਨੂੰ ਦੇਖਣ ਲੱਗ ਗਏ। ਉਹਦੇ ਤੋਂ ਜਦੋਂ ਉਹ ਮਾਡਲ ਹੀ ਸਾਰੇ ਗਲਤ ਹੋਈ ਗਏ, ਖਾਣ ਪੀਣ ਦਾ ਮਾਡਲ ਗਲਤ ਹੋ ਗਿਆ, ਕੱਪੜੇ ਪਾਉਣ ਦਾ ਮਾਡਲ ਫੈਸ਼ਨਦਾਰ ਹੋ ਗਿਆ, ਮਕਾਨ ਬਣਾਉਣ ਦਾ ਮਾਡਲ ਅਜੀਬ ਜਿਹਾ ਹੋ ਗਿਆ, ਜਿਹੜੇ ਕਿ ਪੱਕੇ ਸੀਮੈਂਟਡ ਘਰ ਬਣਾਉਣੇ ਜ਼ਰੂਰੀ ਹੈ। ਜਦੋਂ ਕਿ ਪਤਾ ਸੀ ਕਿ ਜਿਹੜੇ ਪੁਰਾਤਨ ਜਿਹੜਾ ਸਾਡਾ ਆਰਕੀਟੈਕਚਰ ਸੀਗਾ ਮਕਾਨਾਂ ਦਾ ਬੜਾ ਵੰਡਰਫੁਲ ਸੀਗਾ, ਉਹ ਕਦੋਂ ਕੰਕਰੀਟ ਵਾਲੇ ਲਿਆਂਦੇ ਤਾਂ ਉਹ ਇਸੇ ਤਰ੍ਹਾਂ ਜਿਹੜਾ ਸਾਰਾ ਮਾਡਲ ਡਿਸਟਰਬ ਕੀਤਾ ਅਸੀਂ, ਅਤੇ ਕੈਮੀਕਲ ਲਿਆਂਦੇ ਭਾਂਤ ਦੇ, ਤਾਂ ਉਹ ਸਾਰਾ ਉਹਨਾਂ ਨੇ ਡਿਸਟਰਬ ਕੀਤਾ। ਅਦਰਵਾਈਜ਼ ਡਿਸਟਰਬ ਹੁੰਦਾ ਨਹੀਂ ਸੀਗਾ ਇਹ। ਡਾਕਟਰ ਸਾਹਿਬ, ਤੁਸੀਂ ਬੱਚਿਆਂ ਦੇ ਮਾਹਿਰ ਡਾਕਟਰ ਹੋ, ਬਾਅਦ 'ਚ MD ਮੈਡੀਸਨ ਵੀ ਕੀਤੀ, ਮੈਡੀਸਨ ਦੇ ਮਾਹਿਰ ਡਾਕਟਰ ਹੋ, ਅਤੇ ਬੱਚਿਆਂ ਦੇ ਜਦੋਂ MD ਤੋਂ ਬਾਅਦ 'ਚ ਐਕਸਪਰਟ ਹੋ ਤੁਸੀਂ ਪ੍ਰੈਕਟਿਸ ਸ਼ੁਰੂ ਕੀਤੀ, ਉਦੋਂ ਵੀ ਮੈਡੀਸਨ ਵਰਤਦੇ ਰਹੇ ਹੋਵੋਗੇ। ਬਾਅਦ 'ਚ MD ਮੈਡੀਸਨ ਕਰਨ ਤੋਂ ਬਾਅਦ 'ਚ ਜਿਹੜੇ ਮੈਡੀਸਨ ਦੇ ਪੇਸ਼ੈਂਟ ਆ ਉਹਨਾਂ ਲਈ ਵੀ ਮੈਡੀਸਨ ਵਰਤਦੇ ਰਹੇ ਹੋ। ਇਹ ਜਿਹੜੀ ਬਿਨਾਂ ਦਵਾਈਆਂ ਛਡਾਉਣ ਦੀ ਜਿਹੜੀ ਮੂਵਮੈਂਟ ਹੈ, ਇੱਕ ਤਰ੍ਹਾਂ ਮੁਹਿੰਮ ਵਿੱਢੀ ਹੋਈ ਹੈ ਤੁਸੀਂ, ਇਹ ਮੇਰੇ ਖਿਆਲ ਇੰਡੀਆ 'ਚ ਕੀ ਵਰਲਡ 'ਚ ਹੀ ਪਹਿਲਾ ਹੋਊਗਾ ਚਾਂਸ ਕਿ ਤੁਸੀਂ ਇਹ ਐਲਾਨ ਕੀਤਾ ਕਿ ਅਸੀਂ ਦਵਾਈਆਂ ਛਡਾ ਕੇ ਮਰੀਜ਼ ਨੂੰ ਠੀਕ ਕਰਾਂਗੇ। ਇਹ ਕਿੰਨੀ ਦੇਰ ਹੋ ਗਈ ਅਤੇ ਕਦੋਂ ਇਹ ਤੁਹਾਡੇ ਮਨ 'ਚ ਹੋਇਆ? ਇਹ ਹੌਲੀ ਇਵੋਲਵ ਕੀਤਾ, ਸਡਨਲੀ ਨਹੀਂ ਹੋਇਆ। ਜਿਵੇਂ ਸਮਝ ਆਏਗੀ ਤਿਵੇਂ ਜਿਹੜਾ ਹੈਗਾ ਉਹ ਕਰੇਗਾ, ਕਿਉਂਕਿ ਮੈਂ ਸ਼ੁਰੂ ਤੋਂ ਹੀ ਘੱਟ ਤੋਂ ਘੱਟ ਦਵਾਈ ਦਾ ਸੀਗਾ ਰਿਹਾ ਪ੍ਰੋਪੋਨੈਂਟ। ਮੈਂ HIV ਪੇਸ਼ੈਂਟ ਨਾਲ ਕੰਮ ਕੀਤਾ, ਦੈਟ ਵਾਜ਼ ਦ ਐਕਸਟ੍ਰੀਮ ਐਗਜ਼ਾਮਪਲ, ਜਿੱਥੇ ਕਿ HIV ਕਹਿੰਦੇ ਸਭ ਤੋਂ ਘੱਟ ਉਹਦੀ ਇਮਿਊਨਿਟੀ ਹੁੰਦੀ ਹੈ। ਅਤੇ HIV ਪੇਸ਼ੈਂਟ ਦੇ ਵਿੱਚ ਬਹੁਤ ਵੰਡਰਫੁਲ ਐਕਸਪੀਰੀਅੰਸਿਸ ਹੋਏ ਮੇਰੇ, ਕਿ ਮੈਂ ਉਹਨੂੰ ਕਹਿੰਦਾ ਸੀ ਕਿ ਤੁਸੀਂ ਦਵਾਈ ਖਾ ਸਕਦੇ ਹੋ ਤਾਂ ਖਾਓ, ਨਹੀਂ ਖਾ ਸਕਦੇ ਛੱਡ ਦਿਓ, ਪਰਵਾਹ ਨਾ ਕਰੋ, ਤੁਸੀਂ ਡਾਈਟ ਦੇ ਸਿਰ 'ਤੇ ਅਤੇ ਬਾਕੀ ਗੱਲਾਂ ਦੇ ਸਿਰ 'ਤੇ ਠੀਕ ਰਹੋਗੇ। ਅਤੇ ਮੇਰੇ ਬਹੁਤ ਨੰਬਰ ਆਫ ਪੇਸ਼ੈਂਟ ਜਿਹੜੇ HIV ਪੇਸ਼ੈਂਟ ਵੀ ਠੀਕ ਹੋਏ ਨੇ ਬਿਨਾਂ ਬਿਲਕੁਲ HIV 'ਚ ਲੋੜ ਹੀ ਨਹੀਂ ਹੈ ਦਵਾਈਆਂ ਵਰਤਣ ਦੀ, ਨਾ HIV 'ਚ, ਨਾ ਹੈਪੇਟਾਈਟਿਸ B 'ਚ, ਨਾ C 'ਚ। ਤਿੰਨੇ ਬਿਮਾਰੀਆਂ ਬਹੁਤ ਹੀ ਟੁੱਚੂ ਬਿਮਾਰੀਆਂ ਨੇ ਜੇ ਤੁਸੀਂ ਹੈਲਦੀ ਹੋ ਤਾਂ। ਇਹ ਬਿਮਾਰ ਮਨੁੱਖ ਦੀਆਂ ਫਰਦਰ ਕੰਪਲੀਕੇਸ਼ਨਸ ਨੇ। ਤਿੰਨੇ ਬਿਮਾਰੀਆਂ ਜਿਹੜੀਆਂ ਇਸ ਵੇਲੇ ਹਵਾ ਬਣੀਆਂ ਪਈਆਂ ਨੇ, ਹੈਪੇਟਾਈਟਿਸ C, ਹੈਪੇਟਾਈਟਿਸ B ਅਤੇ HIV, ਤਿੰਨੇ ਬਿਮਾਰੀਆਂ ਨੂੰ ਦਵਾਈਆਂ ਨਾਲ ਇਲਾਜ ਕਰਨ ਦੀ ਕੋਈ ਲੋੜ ਨਹੀਂ ਹੈ। ਇਹ ਤਿੰਨੇ ਬਿਮਾਰੀਆਂ ਬਿਨਾਂ ਦਵਾਈਆਂ ਦੇ ਠੀਕ ਹੋ ਸਕਦੀਆਂ ਨੇ। ਅਤੇ ਇਸੇ ਤਰ੍ਹਾਂ ਜਿਹੜੀਆਂ ਦੂਜੀਆਂ ਬਿਮਾਰੀਆਂ ਨੇ, ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਮੋਟਾਪਾ ਹੈ, ਆਟੋਇਮਿਊਨ ਡਿਸਆਰਡਰ। ਹੁਣ ਆਟੋਇਮਿਊਨ ਡਿਸਆਰਡਰ ਐਡਾ ਹਵਾ ਬਣਿਆ ਹੋਇਆ ਪੂਰੀ ਦੁਨੀਆ ਦੇ ਅੰਦਰ, ਚਾਹੇ ਉਹ ਸੰਗ੍ਰਹਿਣੀ ਹੈ, ਚਾਹੇ ਉਹ ਗਠੀਆ ਹੈ, ਚਾਹੇ ਉਹ ਸੀਲੀਅਕ ਡਿਜ਼ੀਜ਼ ਹੈ, ਚਾਹੇ ਉਹ ਸਕਿਨ ਦੀ ਸੋਰੀਆਸਿਸ ਅਤੇ ਐਗਜ਼ੀਮਾ ਹੈ, ਕਿਤੇ ਫਲਵੈਰੀ ਹੈ। ਇਹ ਐਡੀਆਂ ਭੈੜੀਆਂ ਬਿਮਾਰੀਆਂ ਨੇ ਜਿਹਦੇ ਪੂਰੇ ਦੁਨੀਆ 'ਚ ਹਊਆ, ਔਰ ਇੰਨੀਆਂ ਗੰਦੀਆਂ ਦਵਾਈਆਂ ਵਰਤੀਆਂ ਜਾਂਦੀਆਂ, ਅਤੇ ਐਂਟੀ ਕੈਂਸਰ ਡਰੱਗਸ ਇਹਨਾਂ 'ਚ ਵਰਤ ਰਹੇ ਹਾਂ। ਔਰ ਸਾਡੇ ਕੋਲ ਤਾਂ ਅਸੀਂ ਕਹਿੰਦੇ ਹਾਂ ਸਾਲ 'ਚ ਅਸੀਂ ਗਰੰਟੀ ਦਿੰਦੇ ਹਾਂ ਕਿ ਕੋਈ ਆਟੋਇਮਿਊਨ ਡਿਸਆਰਡਰ ਹੋਵੇ, 3 ਮਹੀਨਿਆਂ 'ਚ ਉਹਦੇ ਸਿੰਪਟਮ ਤੰਗ ਕਰਨੋਂ ਬੰਦ ਕਰ ਦਿੰਦੇ ਆ, 1 ਸਾਲ 'ਚ ਕਿਉਰ ਹੋ ਜਾਂਦਾ ਬੰਦਾ। ਸੋ ਕੋਈ ਹੋਵੇ, ਅਸਥਮਾ ਹੋਵੇ ਚਾਹੇ ਸੰਗ੍ਰਹਿਣੀ ਹੋਵੇ। ਤਾਂ ਇਹ ਕਿਉਂ ਹੈ? ਇਹ ਨਹੀਂ ਹੈ ਵੀ ਕੋਈ ਮੇਰੇ ਹੱਥ ਕੋਈ ਜਾਦੂ ਦੀ ਪੌੜੀ ਆ ਗਈ ਜਾਂ ਕੋਈ ਅਲਾਦੀਨ ਦਾ ਚਿਰਾਗ ਆ ਗਿਆ। ਉਹ ਸਰੀਰ ਦੀ ਸਮਝ ਜਿਹੜੀ ਹੈ ਉਹ ਬਦਲ ਗਈ ਜਦੋਂ ਕਿ ਹੋਲ ਬਾਡੀ ਜਦੋਂ ਹੀਲ ਕਰ ਦੋਗੇ ਤੁਸੀਂ, ਤਾਂ ਹੋਲ ਬਾਡੀ 'ਚ ਇੱਕ ਵੰਡਰਫੁਲ ਪਾਵਰ ਹੈ। ਜਿਹੜਾ ਸਾਡਾ ਸਰੀਰ ਹੈ ਆਪਣੇ ਆਪ 'ਚ ਉਹ ਅਜੂਬਾ ਹੈ ਕਿ ਜੇ ਤੁਸੀਂ ਸਰੀਰ ਦੀ ਅਤੇ ਨੇਚਰ ਦੀ ਸਿਨਕਰੋਨਾਈਜੇਸ਼ਨ ਕਰ ਦਿਓ, ਉਹਨਾਂ ਦਾ ਸੰਤੁਲਨ ਆਪਸ 'ਚ ਮਿਲਾ ਦਿਓ, ਅਤੇ ਤੁਹਾਨੂੰ ਸਮਝ ਹੋਵੇ ਕਿ ਨੇਚਰ ਕਿੱਦਾਂ ਕੰਮ ਕਰਦੀ ਅਤੇ ਸਰੀਰ ਕਿੱਦਾਂ ਕੰਮ ਕਰਦਾ, ਤਾਂ ਕੋਈ ਦਿੱਕਤ ਹੀ ਨਹੀਂ ਹੈ। ਸੋ ਅਸੀਂ ਜਿਹੜਾ ਕੰਮ ਕਰ ਰਹੇ ਹਾਂ,
ਉਹ ਮੈਂ ਪਹਿਲਾਂ ਨਹੀਂ, ਜਿਹੜਾ ਤੁਸੀਂ ਗੱਲ ਕਰ ਰਹੇ ਸੀ ਪਹਿਲੇ ਐਸੀ ਗੱਲ ਨਹੀਂ ਦੁਨੀਆ 'ਚ ਪਹਿਲੀ ਵਾਰੀ ਡਿਕਲੇਅਰ ਹੋਇਆ, ਕਿਉਂਕਿ ਇਹ ਬਹੁਤ ਇੰਨਾ ਅਨਪਾਪੂਲਰ ਅਜੇ ਪਾਪੂਲਰ ਨਹੀਂ ਹੋਇਆ ਅਤੇ ਬਹੁਤ ਲੋਕਾਂ ਦੇ ਨੋਟਿਸ 'ਚ ਨਹੀਂ ਹੈ, ਸ਼ਾਇਦ ਤੁਹਾਡੇ ਵੀ ਨੋਟਿਸ 'ਚ ਨਹੀਂ ਹੈ, ਲੇਕਿਨ ਦੁਨੀਆ 'ਚ ਬਹੁਤ ਜ਼ਿਆਦਾ ਬੰਦੇ ਕੰਮ ਕਰ ਰਹੇ ਆ ਅਤੇ ਮੇਰੇ ਖਿਆਲ 'ਚ 100 'ਚ ਗਿਣਤੀ ਆ ਉਹਨਾਂ ਦੀ, ਜੇ ਹਜ਼ਾਰਾਂ 'ਚ ਨਾਮ ਹੀ ਹੋਵੇ ਤਾਂ ਸੈਂਕੜਿਆਂ 'ਚ ਹੈਗੀ ਆ ਜਿਹੜੇ ਲੋਕ ਇਸੇ ਮਾਡਲ ਦੇ ਕੰਮ ਕਰ ਰਹੇ ਆ। ਉਹ ਅਸੀਂ ਇਹਨੂੰ ਕਹਿੰਦੇ ਹੋਲ ਬਾਡੀ ਹੀਲਿੰਗ। ਬਿਮਾਰੀਆਂ 'ਚ ਕਲਾਸੀਫਾਈ ਕਰਨਾ ਜਿਹੜਾ ਉਹ ਸਮਝ ਵਾਸਤੇ ਠੀਕ ਹੈ, ਲੇਕਿਨ ਠੀਕ ਕਰਨ ਵਾਸਤੇ ਠੀਕ ਨਹੀਂ ਹੈ। ਤੁਸੀਂ ਸਮਝਣ ਵਾਸਤੇ ਲਾ ਲਓ ਬਿਮਾਰੀਆਂ ਦੇ ਮਾਡਲ ਨੂੰ, ਕਰ ਲਿਆ ਕਲਾਸੀਫਾਈ, ਚਲੋ ਕਰ ਲਿਆ, ਲੇਕਿਨ ਜਿੱਥੇ ਤੱਕ ਸਵਾਲ ਉਹਨੂੰ ਡੀਲ ਕਰਨਾ ਹੈ ਤਾਂ ਬਿਮਾਰੀਆਂ ਨੂੰ ਅਲੱਗ-ਅਲੱਗ ਡੀਲ ਨਹੀਂ ਕਰ ਸਕਦੇ ਤੁਸੀਂ ਹੋਲ ਬਾਡੀ ਹੀਲਿੰਗ ਕਰੋ। ਅਤੇ ਜਦੋਂ ਤੁਸੀਂ ਹੋਲ ਬਾਡੀ ਹੀਲਿੰਗ ਕਰਦੇ ਹੋ ਬਾਕੀ ਕੰਮ ਨੇਚਰ ਆਪਣੇ ਆਪ ਕਰ ਲੈਂਦੀ ਹੈ। ਬਲ ਤੁਸੀਂ ਜੇ 20% ਮੰਨ ਲਓ, ਉਹ ਵੀ 20% ਮੈਂ ਬਹੁਤ ਕਹਿ ਰਿਹਾ, ਜੇ 20% ਰੋਲ ਤੁਸੀਂ ਆਪਣਾ ਪਲੇ ਕਰ ਜਾਓ ਤਾਂ ਬਾਕੀ 80% ਰੋਲ ਤੁਹਾਡਾ ਨਹੀਂ ਹੈ। ਉਹ ਤੁਹਾਡੇ ਅੰਦਰ ਇੱਕ ਹੋਰ ਡਾਕਟਰ ਬੈਠਾ, ਉਹਨੂੰ ਧਾਰਮਿਕ ਸ਼ਬਦਾਵਲੀ 'ਚ ਪਰਮਾਤਮਾ ਕਹਿ ਦਿੰਦੇ ਆ ਅਤੇ ਸਾਇੰਸ ਦੀ ਸ਼ਬਦਾਵਲੀ 'ਚ ਉਹਨੂੰ ਊਰਜਾ ਕਹਿੰਦੇ ਆ। ਤਾਂ ਉਹ ਤੁਹਾਡੇ ਅੰਦਰ ਇੱਕ ਆਪਣੇ ਅੰਦਰ ਸੈਲਫ ਬਿਲਟ ਰੈਗੂਲੇਸ਼ਨ ਹੈ, ਜਿਹੜੀ ਕਿ ਤੁਹਾਡੇ ਅੰਦਰ ਤੁਹਾਡੇ ਜੀਨ 'ਚ ਤੁਹਾਡੇ ਨਹੀਂ ਜੀਨ 'ਚ ਤੁਹਾਡੇ ਪੁਰਖਿਆਂ ਪਤਾ ਨਹੀਂ ਹਜ਼ਾਰਾਂ ਤੁਹਾਡੀਆਂ ਪੀੜ੍ਹੀਆਂ 'ਚੋਂ ਤੁਸੀਂ ਨਿਕਲ ਕੇ ਇੱਥੇ ਆਏ ਹੋ, ਅਤੇ ਉਸ ਤੋਂ ਵੀ ਪਿੱਛੇ ਚਲੇ ਜਾਓ ਤਾਂ ਬੈਕਟੀਰੀਆ ਤੋਂ ਸ਼ੁਰੂ ਹੋ ਜਾਓ, ਛੋਟੀ 1 ਸੈੱਲ ਲਾਈਫ ਤੋਂ। ਮੇਰਾ ਸਰੀਰ ਹੁਣ 70 ਸਾਲ ਪੁਰਾਣਾ ਥੋੜ੍ਹਾ ਹੈ, ਮੇਰਾ ਸਰੀਰ ਤਾਂ ਕਰੋੜਾਂ ਸਾਲ ਪੁਰਾਣਾ ਹੈ, ਕਿਉਂਕਿ ਉਹ ਕਰੋੜਾਂ ਸਾਲ ਦੇ ਜੀਨ ਜਿਹੜੇ ਜਦੋਂ ਲਾਈਫ ਇੱਥੇ ਬਣੀ ਧਰਤੀ 'ਤੇ ਉਦੋਂ ਤੋਂ ਉਹ ਜੀਨ ਉੱਦਾਂ ਦੀ ਅੱਗੇ ਜਾ ਰਹੇ ਆ। ਅਤੇ ਮੇਰੀ ਇੱਕ ਟਿਊਨਿੰਗ, ਮੇਰੀ ਇੱਕ ਸੰਤੁਲਨ ਹੈ ਕੁਦਰਤ ਦੇ ਨਾਲ, ਅਤੇ ਜਦੋਂ ਜੇ ਮੈਂ ਸੰਤੁਲਨ 'ਚ ਰਹਾਂ ਤਾਂ ਉਹਦੇ ਅੰਦਰ ਇੱਕ ਸੈਲਫ ਰੈਗੂਲੇਸ਼ਨ ਹੈ ਕਿ ਮੇਰੇ ਸਰੀਰ ਦੇ ਅੰਦਰ 125 ਸਾਲ ਜਿਉਂਦੇ ਰਹਿਣ ਦੀ ਇੱਕ ਸਮਰੱਥਾ ਹੈ। ਅਤੇ ਜਦੋਂ ਵੀ ਉਹ ਕੋਈ ਡਿਸਟਰਬੈਂਸ ਹੁੰਦੀ ਹੈ ਤਾਂ ਮੇਰਾ ਸਰੀਰ ਨੂੰ ਪੂਰੀ ਟਿੱਲ ਲਾਉਂਦਾ ਕਿ ਇਹਨੂੰ ਨਹੀਂ ਮਰਨ ਦੇਣਾ। ਉਹ ਜਿਹੜੀ 20% ਤੁਸੀਂ ਆਪਣੀ ਸਿਆਣਪ ਜੇਕਰ ਉਸ ਦਿਸ਼ਾ 'ਚ ਲਾ ਦਿਓ ਜਿਸ ਦਿਸ਼ਾ 'ਚ ਕੁਦਰਤ ਕੰਮ ਕਰ ਰਹੀ ਹੈ ਤਾਂ ਉਹ 100% ਹੋ ਜਾਏਗੀ। ਜੇ ਤੁਸੀਂ ਉਹ 20% ਮਾਈਨਸ ਕਰ ਲਈ ਉਸ 80% 'ਚੋਂ ਤਾਂ ਉਲਟ ਚੱਲੇ ਤਾਂ ਉਹ 60% ਰਹਿ ਜਾਏਗੀ। ਬਸ ਇਹੀ ਫਰਕ ਹੈ। ਉਹ ਜਿਹੜਾ ਮੇਨ ਸਟ੍ਰੀਮ ਮੈਡੀਕਲ ਪ੍ਰੋਫੈਸ਼ਨ ਹੈ ਸਾਰੇ ਦਾ ਸਾਰਾ ਐਂਟੀ ਨੇਚਰ ਹੈ। ਉਹ ਕੈਮੀਕਲ ਦਵਾਈਆਂ ਦਿੰਦਾ ਔਰ ਦਵਾਈਆਂ ਲੇਬਲ ਕਰਦਾ ਔਰ ਡਾਈਟ ਦੀ ਕੋਈ ਬੋਦਰ ਨਹੀਂ ਕਰਦਾ, ਕਿਸੇ ਹੋਰ ਗੱਲ ਦੀ ਕੋਈ ਬੋਦਰੇਸ਼ਨ ਨਹੀਂ ਹੈ। ਉਹ ਹੈਪੀਨੈਸ ਦੀ, ਹੁਣ ਹੈਪੀਨੈਸ ਤੁਸੀਂ ਅੱਜ ਪੜ੍ਹ ਲਿਆ ਪੰਜਾਬੀ ਟ੍ਰਿਬਿਊਨ ਦਾ ਐਡੀਟੋਰੀਅਲ, ਹੈਪੀਨੈਸ ਦੇ ਮਾਮਲੇ 'ਚ ਅਸੀਂ 139ਵੇਂ ਨੰਬਰ 'ਤੇ ਹਾਂ 149 'ਚੋਂ। ਮਤਲਬ ਸਾਡਾ ਦੇਖੋ ਸਾਰਾ ਸਮਾਜ ਕਿੱਡਾ ਬਖਰਾਓ 'ਚ ਹੈ ਇਸ ਵੇਲੇ ਕਿ ਸਾਡਾ ਕੋਈ ਬੰਦਾ ਖੁਸ਼ੀ ਨਹੀਂ ਲੱਭਦਾ ਇੱਥੇ, ਹਰ ਬੰਦਾ ਤਣਾਅ 'ਚ ਹੈ। ਕਿਸੇ ਦਾ ਰੁਜ਼ਗਾਰ ਖੁੱਸ ਗਿਆ, ਕਿਸੇ ਦਾ ਬੱਚਾ ਨਹੀਂ ਪੜ੍ਹ ਪਾ ਰਿਹਾ, ਕਿਸੇ ਦਾ ਇਲਾਜ ਨਹੀਂ ਹੋ ਪਾ ਰਿਹਾ, ਤਾਂ ਉਹ ਜਿਹੜਾ ਸਾਰੇ ਦਾ ਸਾਰਾ ਸਿਸਟਮ ਵਿਗੜ ਗਿਆ। ਹੈਪੀਨੈਸ ਹੁਣ ਮਨੁੱਖੀ ਸਰੀਰ ਵਾਸਤੇ ਤਾਂ ਹੈਪੀਨੈਸ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਤੁਸੀਂ ਖੁਸ਼ ਹੋ ਤਾਂ ਜੇ ਤੁਸੀਂ ਹੱਸ ਸਕਦੇ ਹੋ, ਜੇ ਕਲਕਾਰੀਆਂ ਮਾਰ ਸਕਦੇ ਹੋ, ਜੇ ਖੇਡ ਸਕਦੇ ਹੋ, ਜੇ ਭੰਗੜਾ ਪਾ ਸਕਦੇ ਹੋ, ਜਾਂ ਗਿੱਧਾ ਪਾ ਸਕਦੇ ਹੋ, ਤਾਂ ਤੁਸੀਂ ਕਦੀ ਬਿਮਾਰ ਹੋਵੋਗੇ ਨਹੀਂ। ਤਾਂ ਇਹ ਸਾਰੇ ਦੇ ਸਾਰਾ ਕਿਤੇ ਨਾ ਕਿਤੇ ਬਹੁਤ ਇੰਟਰਲਿੰਕਡ ਆਪਸ 'ਚ। ਸੋ ਇਹ ਇਕੱਲੀਆਂ ਦਵਾਈਆਂ ਦਾ ਜਿਹੜਾ ਮਾਡਲ ਹੈ ਇਹ ਬੜਾ ਫਲॉप ਮਾਡਲ ਹੈ, ਔਰ ਆਉਣ ਵਾਲੇ 1-2 ਦਹਾਕਿਆਂ 'ਚ ਇਹ ਮਾਡਲ ਟੋਟਲ ਇੱਕ ਜਿਹਨੂੰ ਕਹਿੰਦੇ ਆ ਰੇਤ ਦੇ ਮਹਿਲ ਵਾਂਗੂ ਗਿਰਨ ਜਾ ਰਿਹਾ। ਅਤੇ ਇਹਦੇ ਮੁਕਾਬਲੇ ਜਿਹੜਾ ਇਹ ਮਾਡਲ ਆਏਗਾ ਕਿ ਪੂਰੇ ਸਰੀਰ ਨੂੰ ਦਾ ਇਲਾਜ ਕਰੋ। ਪੂਰੇ ਸਰੀਰ ਦੇ ਇਲਾਜ ਦਾ ਮਤਲਬ ਹੈ ਕਿ ਹੈਲਦੀ ਰੱਖੋ ਬੰਦੇ ਨੂੰ, ਕਿ ਜੇ ਤੁਸੀਂ ਮਨੁੱਖ ਹੈਲਦੀ ਰੱਖੋਗੇ ਉਹਨੂੰ ਹੈਲਦੀ ਰੱਖਣ ਲਈ ਤੁਹਾਨੂੰ 4 ਚੁਫੇਰੇ ਬਾਕੀ ਲਾਈਫ ਵੀ ਹੈਲਦੀ ਰੱਖਣੀ ਪਏਗੀ। ਥੋੜ੍ਹੇ ਡੰਗਰ ਵੀ ਹੈਲਦੀ ਹੋਣੇ ਚਾਹੀਦੇ ਆ, ਥੋੜ੍ਹੀ ਜੰਗਲੀ ਲਾਈਫ ਵੀ ਹੈਲਦੀ ਹੋਣੀ ਚਾਹੀਦੀ ਹੈ, ਥੋੜ੍ਹੇ ਜੀਵ ਜੰਤੂ ਵੀ ਹੈਲਦੀ ਹੋਣੇ ਚਾਹੀਦੇ, ਥੋੜ੍ਹੇ ਬੂਟੇ ਵੀ ਹੈਲਦੀ ਹੋਣੇ ਚਾਹੀਦੇ ਆ, ਥੋੜ੍ਹੀ ਹਵਾ ਵੀ ਹੈਲਦੀ ਹੋਵੇ, ਪਾਣੀ ਵੀ ਹੈਲਦੀ ਹੋਵੇ, ਮਿੱਟੀ ਵੀ ਹੈਲਦੀ। ਤਾਂ ਇਹ ਹੈ ਜੁੜਿਆ ਹੋਇਆ ਸਾਰਾ ਕੁਛ। ਤਾਂ ਇਹ ਕਿਤੇ ਨਾ ਕਿਤੇ ਇਕੋਲੋਜੀ ਦੇ ਇਸ਼ੂਜ਼ ਜਿਹੜੇ ਨੇ, ਇਨਵਾਇਰਮੈਂਟ ਦੇ ਇਸ਼ੂਜ਼ ਨੇ, ਕਲਾਈਮੇਟ ਦੇ ਇਸ਼ੂਜ਼ ਨੇ, ਇਹ ਸਾਰੇ ਕਿਤੇ ਨਾ ਕਿਤੇ ਮਨੁੱਖੀ ਸਿਹਤ ਨਾਲ ਜੁੜੇ ਹੋਏ ਆ। ਤਾਂ ਇਹ ਸਾਰਿਆਂ 'ਤੇ ਇਕੱਠਾ ਕੰਮ ਕਰਨਾ ਪਏਗਾ ਤਾਂ ਜਾ ਕੇ ਇੱਕ ਮਨੁੱਖੀ ਵਧੀਆ ਸਮਾਜ ਸਿਰਜਿਆ ਜਾਏਗਾ। ਅਤੇ ਡਾਕਟਰ ਸਾਹਿਬ ਪਟਿਆਲਾ ਜਿਹੜਾ ਤੁਸੀਂ ਸੈਂਟਰ ਖੋਲ੍ਹਿਆ ਇੱਥੇ, ਇਹ ਕਿੰਨੀ ਦੇਰ ਹੋ ਗਈ ਖੋਲ੍ਹੇ? ਇਹਨੂੰ ਤਾਂ ਹੋ ਚੱਲੇ ਲਗਭਗ ਹੁਣ 1.5 ਸਾਲ ਹੋ ਗਿਆ ਸਾਨੂੰ ਕੰਮ ਕਰਦਿਆਂ ਨੂੰ। ਅਸੀਂ ਕਰੋਨਾ ਜਦੋਂ ਆਇਆ ਤਾਂ ਉਦੋਂ ਅਜੇ 8-9 ਮਹੀਨੇ ਕੰਮ ਕਰ ਚੁੱਕੇ ਸੀਗੇ, ਅਤੇ 1.5-2 ਸਾਲ 1.5 ਸਾਲ ਹੋ ਗਿਆ। ਪਹਿਲਾਂ ਦੂਜੇ ਪਾਸੇ ਛੋਟਾ ਜਿਹਾ ਕੰਮ ਕਰਦੇ ਸੀ, ਫਿਰ ਇੱਥੇ ਆ ਗਏ। ਅਤੇ ਟੋਟਲ ਲਾ ਲਓ ਮੈਂ 2 ਸਾਲ ਤੋਂ ਜਿਹੜਾ ਫੁੱਲ ਟਾਈਮ ਜਿਹੜਾ ਨਿਊਟ੍ਰੀਸ਼ਨ ਵਾਲਾ ਕੰਮ ਕੀਤਾ, ਡਿਕਲੇਅਰ ਕਰਕੇ ਜਿਵੇਂ ਛਤਰੀ ਕੱਢ ਕੇ ਵੀ ਆਹ ਖੜ੍ਹੇ ਹਾਂ ਅਸੀਂ, ਤਾਂ ਉਹ 2 ਸਾਲ ਹੀ ਹੋਏ ਆ। ਲੇਕਿਨ ਉਸ ਤੋਂ ਪਹਿਲਾਂ ਮੈਂ ਆਪਣੇ ਜਿੱਥੇ ਵੀ ਰਿਹਾ ਇਸ ਕੰਮ ਨੂੰ ਨਾਲ ਤੋਰਦਾ ਰਿਹਾ, ਚਾਹੇ ਮੈਂ HIV ਪੇਸ਼ੈਂਟਸ ਕੋਲੇ ਸੀਗਾ ਜਾਂ ਜੋਬ 'ਚ ਵੀ ਰਿਹਾ, ਤਾਂ ਮੈਂ ਇਹ ਕੰਮ ਨੂੰ ਨਾਲ ਲੈਂਦਾ ਰਿਹਾ। ਜਿਹੜੇ ਇਹ 2 ਸਾਲਾਂ 'ਚ ਕੀ ਤਜਰਬਾ ਰਿਹਾ? ਕਿਹੋ ਜਿਹੀਆਂ ਬਿਮਾਰੀਆਂ ਦੇ ਮਰੀਜ਼ ਆ ਜਿਹੜੇ ਠੀਕ ਹੋਏ, ਕਿਹੋ ਜਿਹੀਆਂ ਜ਼ਿਆਦਾ ਬਿਮਾਰੀਆਂ ਦੇ ਮਰੀਜ਼ ਆ ਰਹੇ ਨੇ ਤੁਹਾਡੇ? ਬਹੁਤ, ਮੇਰੀ ਆਸ ਤੋਂ ਤਾਂ ਬਹੁਤ ਜ਼ਿਆਦਾ ਹੋਇਆ। ਮੈਨੂੰ ਆਪ ਵੀ ਆਸ ਨਹੀਂ ਸੀ ਕਿ ਇੰਨਾ ਵਧੀਆ ਸਕਸੈਸ ਰਿਜ਼ਲਟ ਮਿਲੇਗਾ ਇੱਥੇ। ਤਾਂ ਮਤਲਬ ਸਵਾਏ 3-4 ਬਿਮਾਰੀਆਂ ਨੂੰ ਛੱਡ ਕੇ ਅਤੇ ਅਸੀਂ ਮਤਲਬ ਕਹਿ ਸਕਦੇ ਹਾਂ ਇੱਕ ਤਾਂ ਹੱਥ ਠੋਕ ਕੇ ਵੀ ਅਸੀਂ ਪੇਸ਼ੈਂਟ ਨੂੰ ਪ੍ਰੈਡਿਕਟ ਕਰ ਦਿੰਦੇ ਹਾਂ ਕਿ ਵੀ ਇਹ ਪੇਸ਼ੈਂਟ ਇੰਨੇ ਚਿਰ ਠੀਕ ਹੋ ਜਾਊਗਾ। ਹੌਲੀ ਹੌਲੀ ਸਾਨੂੰ ਇੰਨੀ ਸਮਝ ਆਉਣ ਲੱਗੀ ਹੈ। 3-4 ਬਿਮਾਰੀਆਂ ਜਿਹੜਾ ਇਹਨੂੰ ਹੱਥ ਨਹੀਂ ਬਹੁਤਾ ਵਧੀਆ ਪੈ ਰਿਹਾ। ਇੱਕ ਤਾਂ ਸਾਡੀਆਂ ਹੈਗੀਆਂ ਸਾਈਕੈਟ੍ਰਿਕ ਡਿਸਆਰਡਰਸ, ਜਿਹੜੇ ਮਾਨਸਿਕ ਰੋਗੀ ਬਹੁਤ ਜ਼ਿਆਦਾ ਡਿਸਟਰਬ ਨੇ, ਉਹ ਹੱਥ ਨਹੀਂ ਪਾ ਰਹੇ ਅਸੀਂ। ਉਹਦੇ ਲਈ ਸਾਨੂੰ ਕੁਛ ਹੋਰ ਕੰਮ ਕਰਨਾ ਪੈ ਰਿਹਾ। ਇਹ ਕੈਂਸਰ ਦੇ ਪੇਸ਼ੈਂਟਸ, ਕੈਂਸਰ ਨੂੰ ਹੱਥ ਨਹੀਂ ਪਾ ਰਹੇ ਬਹੁਤ ਵਧੀਆ। ਇਹ ਕੁਛ ਗਾਲ ਬਲੈਡਰ ਦੀਆਂ ਪੱਥਰੀਆਂ,
ਉਹਨੂੰ ਨਹੀਂ ਹੱਥ ਪਾ ਰਿਹਾ। ਇੱਕ ਜਿਹੜੇ ਐਡਵਾਂਸ ਕੇਸਿਸ ਆ ਜਾਂਦੇ ਬਿਲਕੁਲ ਹੀ ਖਰਾਬ ਹੋਏ ਹੋਏ ਗੁਰਦੇ, ਲਿਵਰ ਬਹੁਤ ਜ਼ਿਆਦਾ ਐਡਵਾਂਸ ਨੇ ਖਾ ਰਹੇ। ਇਹੋ ਜਿਹੇ 5-7 ਚੀਜ਼ਾਾਂ ਨੂੰ ਛੱਡ ਕੇ ਬਾਕੀ ਸਾਡੇ ਬੱਚੇ ਸ਼ੂਗਰ, ਮੋਟਾਪਾ, BP, ਹਾਰਟ ਦੀਆਂ ਬਲੱਡ ਵੈਸਲ ਬਲੌਕ ਨੇ, ਆਟੋਇਮਿਊਨ ਡਿਸਆਰਡਰਸ, ਸ਼ੂਗਰ ਬੱਚਿਆਂ ਦੀ, ਈਵਨ ਇੰਸੂਲਿਨ ਵਾਲੇ ਬੱਚੇ ਠੀਕ ਹੋ ਰਹੇ ਆ। ਤਾਂ ਬਾਕੀ ਤਕਰੀਬਨ ਕਾਫੀ ਜ਼ਿਆਦਾ ਅਸੀਂ ਬਹੁਤ ਬੜੇ ਕੌਨਫੀਡੈਂਸ ਨਾਲ ਜਿਹੜਾ ਉਹ ਕੌਨਫੀਡੈਂਸ ਤਜਰਬੇ 'ਚੋਂ ਵੀ ਆਇਆ, ਕਿਉਂਕਿ ਮੇਰੇ ਇੱਥੇ ਸੈਂਟਰ 'ਚ ਸਾਡੇ ਹੱਥੋਂ ਲਗਭਗ ਇਸ ਵੇਲੇ ਤੱਕ ਹੁਣ ਕੋਈ 15,000 ਪੇਸ਼ੈਂਟ ਲੰਘ ਚੁੱਕੇ ਆ। ਅਤੇ ਉਹ 15,000 ਪੇਸ਼ੈਂਟ ਨੇ ਸਾਨੂੰ ਬੜਾ ਕੁਝ ਸਿਖਾਇਆ ਵੀ ਆ, ਕਿਉਂਕਿ ਪੇਸ਼ੈਂਟ ਖੁਦ ਬੜਾ ਕੁਝ ਸਿਖਾਉਂਦੇ ਸਾਨੂੰ। ਉਹਨਾਂ ਨੇ ਬਹੁਤ ਨਿਮਰਤਾ ਨਾਲ ਸਾਨੂੰ ਪਿਆਰ ਵੀ ਦਿੱਤਾ ਹੈ, ਆ ਕੇ ਮਿਲਦੇ ਵੀ ਆ, ਦੱਸਦੇ ਆ, ਫੀਡਬੈਕ ਦਿੰਦੇ ਆ। ਤਾਂ ਇਹ ਸਾਰੇ ਕੁਛ ਨੇ ਜੋ ਅਸੀਂ ਬਹੁਤ ਕੁਛ ਸਿੱਖਿਆ, ਬੜਾ ਕੌਨਫੀਡੈਂਸ ਬਣਿਆ ਸਾਡਾ। ਔਰ ਮੈਂ ਸਮਝਦਾ ਆਉਣ ਵਾਲਾ ਸਮਾਂ ਜਿਹੜੇ ਇੱਕ ਤੋਂ ਲੈ ਕੇ 2 ਦਹਾਕੇ ਉਹ ਇੱਕ ਬਹੁਤ ਕ੍ਰੂਸ਼ਲ ਸਮਾਂ ਹੈ, ਜਿਹਦੇ ਕਿ ਅਸੀਂ ਇਸ ਸਿਸਟਮ ਨੂੰ ਪੂਰਾ ਜਵਾਨ ਦੇਖਾਂਗੇ। ਜਦੋਂ ਪੰਜਾਬ ਵਿੱਚ ਇਸ ਤਰ੍ਹਾਂ ਦਾ ਕੋਈ ਹੋਰ ਸੈਂਟਰ ਵੀ ਹੈ ਤੁਹਾਡੇ ਨਾਲ ਰਿਲੇਟਡ ਜਾਂ ਤੁਹਾਡੇ ਤੋਂ ਬਿਨਾਂ? ਨਹੀਂ, ਬਹੁਤ ਸਾਡੇ ਨਾਲ ਹੀ ਜੁੜੇ ਹੋਏ ਜਿਹੜੇ ਲੋਕ ਨੇ ਉਹ ਵੀ ਕੰਮ ਕਰ ਰਹੇ ਆ ਆਪਾਂ ਆਪਣੇ ਲੈਵਲ 'ਤੇ। ਆਫ ਕੋਰਸ ਇਹ ਸਭ ਤੋਂ ਲੀਡਿੰਗ ਸੈਂਟਰ ਹੈ, ਕਿਉਂਕਿ ਇੱਥੇ ਦੇ ਜਿਹੜੇ ਕੁਆਲੀਫਾਈਡ ਸਟਾਫ ਹੈ ਸਾਡੇ ਕੋਲ ਸਾਰਾ। ਲੇਕਿਨ ਲਗਭਗ ਤੁਸੀਂ ਇਸ ਵੇਲੇ ਨਿਰਮਲ ਜੀ ਹਰ ਸ਼ਹਿਰ 'ਚ ਮਿਲਟਸ ਵਿਕ ਰਹੇ ਆ। ਅਸੀਂ ਮਿਲਟਸ ਰਿਕਮੈਂਡ ਕਰਦੇ ਹਾਂ, ਉਹ ਵਿਕ ਰਹੇ ਆ ਹਰ ਸ਼ਹਿਰ 'ਚ। ਸਾਡੇ ਨਾਲ ਜੁੜੇ ਹੋਏ ਜਾਂ ਨਹੀਂ ਵੀ ਜੁੜੇ ਹੋਏ ਕਈ ਬੰਦੇ ਕਿਸੇ ਹੋਰ ਡਾਈਟ ਵਾਲਿਆਂ ਨਾਲ ਜੁੜੇ ਹੋਏ ਆ, ਜਾਂ ਬਾਬੇ ਰਾਮਦੇਵ ਵਾਲੇ ਬੰਦੇ ਵੀ ਵਿੱਚ ਉਹਦੇ 'ਚ ਹੈਗੇ ਆ, ਜਾਂ ਤੁਹਾਡੇ ਨੈਚੁਰਲ ਡਾਈਟ ਸਿਸਟਮ ਵਾਲੇ ਆ, ਜਾਂ ਕੁਝ ਬੰਦੇ ਵਿਸ਼ਵਰੂਪ ਚੌਧਰੀ ਨਾਲ ਜੁੜੇ ਹੋਏ ਆ। ਤਾਂ ਇੱਦਾਂ ਦੇ ਜਿਹੜੇ ਸਾਡੇ ਜਿਹੜੇ ਹਮ ਖਿਆਲ ਹੋਰ ਲੋਕ ਨੇ, ਉਹਦੇ ਰਲ ਮਿਲ ਕੇ ਲਗਭਗ ਸਾਰੇ ਥਾਵਾਂ 'ਤੇ ਛੋਟੇ ਵੱਡੇ ਸ਼ਹਿਰਾਂ 'ਚ ਬੰਦੇ ਬੈਠੇ ਆ। ਜਿਵੇਂ ਪਿਛਲੇ ਕੁਝ ਸਮੇਂ ਤੋਂ ਹਸਪਤਾਲਾਂ ਦਾ ਜਿਹੜਾ ਹਾਲ ਬੁਰਾ ਹੋਇਆ, ਜਾਂ ਡਾਕਟਰਾਂ ਦੀ ਪ੍ਰੈਕਟਿਸ ਬਦਨਾਮ ਹੋਈ ਹੈ, ਜਾਂ ਜਿਹੜੀ ਫਾਰਮੇਸੀਜ਼ ਹੈਗੀਆਂ ਬਦਨਾਮ ਹੋਈਆਂ, ਕਿ ਦਵਾਈਆਂ ਇਸ ਤਰ੍ਹਾਂ ਦੀਆਂ ਆ ਗਈਆਂ ਜਿਹਦੇ ਨਾਲ ਪੱਕੇ ਗਾਹਕ ਬਣਾਇਆ ਜਾਂਦਾ ਮਰੀਜ਼ ਨੂੰ ਠੀਕ ਕਰਨੇ। ਇਸ ਲਈ ਲੋਕਾਂ 'ਚ ਇਹ ਜਿਹੜੀ ਤੁਹਾਡੀ ਥਿਊਰੀ ਹੈ ਬਹੁਤ ਥੋੜ੍ਹੇ ਸਮੇਂ 'ਚ ਪ੍ਰਚਲਿਤ ਹੋ ਰਹੀ ਹੈ। ਲੋਕ ਚਾਹੁੰਦੇ ਨੇ ਕਿ ਖਰਚਾ, ਕਿਉਂਕਿ ਬਿਮਾਰੀਆਂ ਰਾਹੀਂ ਜਿਹੜੇ ਆਮ ਪੰਜਾਬ ਦੀ ਮੱਧ ਵਰਗ ਹੈ ਉਹ ਅਫੋਰਡ ਨਹੀਂ ਕਰਦਾ ਮਹਿੰਗੇ ਹਸਪਤਾਲਾਂ 'ਚ ਇਲਾਜ ਕਰਵਾਉਣਾ। ਤੁਹਾਡੀ ਜਿਹੜਾ ਇਹ ਥਿਊਰੀ ਹੈ ਇਹਦੇ ਨਾਲ ਮਰੀਜ਼ ਵੀ ਬਹੁਤ ਰਿਕਵਰ ਹੁੰਦੇ ਆ, ਖਰਚਾ ਵੀ ਘੱਟ ਹੁੰਦਾ ਹੈ, ਉਹਦੇ ਨਾਲ ਲੌਂਗ ਟਾਈਮ ਮਰੀਜ਼ ਠੀਕ ਹੁੰਦੇ ਨੇ। ਅਤੇ ਦੂਰ ਤੋਂ, ਕਿਉਂਕਿ ਤੁਸੀਂ ਦੱਸਿਆ ਕਿ ਪੰਜਾਬ 'ਚ ਬਹੁਤ ਸਾਰੇ ਸੈਂਟਰ 'ਚ ਹੈ, ਪਰ ਇਹ ਵੀ ਇੱਕ ਐਕਸਪਰਟ ਦੇ ਜਿਹੜੇ ਨਿਗਾਹ ਹੇਠ ਜਾਂ ਐਕਸਪਰਟ ਦੀ ਗਾਈਡੈਂਸ ਮੁਤਾਬਕ ਜਿਹੜੇ ਮਿਲਟਸ ਲਏ ਜਾਣ। ਮਿਲਟਸ ਦੁਕਾਨਾਂ ਦੇ ਤਾਂ ਮਿਲ ਜਾਂਦੇ ਆ, ਪਰ ਐਕਸਪਰਟ ਬਹੁਤ ਘੱਟ ਨੇ। ਜੇ ਆਸੇ ਪਾਸਿਓਂ ਪੰਜਾਬ ਤੋਂ ਅਸੀਂ ਦੇਖਿਆ, ਜਦੋਂ ਤੁਹਾਡੇ ਸੈਂਟਰ 'ਚ ਐਂਟਰ ਹੋਏ ਆ, ਬਹੁਤ ਸਾਰੇ ਮਰੀਜ਼ਾਂ ਦਾ ਰਸ਼ ਹੈ, ਅਤੇ ਤੁਹਾਨੂੰ ਕਿਸੇ ਮਰੀਜ਼ ਨੇ ਦੂਰ ਤੋਂ, ਅੰਮ੍ਰਿਤਸਰ ਤੋਂ ਜਾਂ ਕਿਸੇ ਦੂਰ ਦਰਾਡੇ ਤੋਂ, ਅਬੋਹਰ ਤੋਂ ਕੰਟੈਕਟ ਕਰਨਾ ਹੋਵੇ, ਅਤੇ ਉਹ ਕਿਸ ਤਰ੍ਹਾਂ ਉਹਨੂੰ ਪਹਿਲਾਂ ਅਪਾਇੰਟਮੈਂਟ ਲੈਣੀ ਪੈਂਦੀ ਹੈ, ਜਾਂ ਉਹਨੂੰ ਫੋਨ ਕਾਲ 'ਤੇ ਅਪਾਇੰਟਮੈਂਟ ਦਿੰਦੇ ਹੋ, ਜਾਂ ਉਹਨੂੰ ਆ ਕੇ ਵੇਟ ਹੀ ਕਰਨੀ ਪੈਂਦੀ? ਨਹੀਂ, ਅਸੀਂ ਮੁੜਦੇ ਨਹੀਂ। ਸਾਡਾ ਸੈਂਟਰ 9 ਤੋਂ 5 ਇਹ ਖੁੱਲ੍ਹਾ ਹੁੰਦਾ, ਲਗਭਗ 6 ਹੀ ਵੱਜ ਜਾਂਦੇ ਕਈ ਵਾਰੀ ਜੇ ਪੇਸ਼ੈਂਟ ਬੈਠੇ ਹੋਣ ਤਾਂ। ਅਤੇ ਹੁਣ ਦੂਸਰਾ ਸੈਂਟਰ ਅਸੀਂ ਖੋਲ੍ਹ ਲਿਆ ਉਧਰ ਵਿਕਾਸ ਕਲੋਨੀ 'ਚ। ਉਹ ਇਸ ਕਰਕੇ ਖੋਲ੍ਹਣਾ ਪਿਆ ਸਾਨੂੰ ਕਿ ਇਹ ਸੈਂਟਰ ਸਾਨੂੰ ਲੱਗ ਰਿਹਾ ਸੀਗਾ ਕਿ ਆਉਣ ਵਾਲੇ ਸਾਲ 2 ਸਾਲ 'ਚ ਅਸੀਂ ਜਿੰਨੀ ਬਿਲਡਿੰਗ ਹੈ ਉਹਦੇ ਹਿਸਾਬ ਨਾਲ ਅਸੀਂ ਪ੍ਰੋਪਰਲੀ ਮੈਨੇਜ ਨਹੀਂ ਕਰ ਸਕਾਂਗੇ, ਕਿ ਫਿਰ ਹੌਚ-ਪੌਚ ਹੋਣ ਲੱਗ ਜਾਂਦਾ, ਜ਼ਿਆਦਾ ਰਸ਼ ਹੋਣ ਲੱਗ ਜਾਂਦਾ, ਫਿਰ ਉਹ ਬੰਦੇ ਕਾਹਲੀ ਕਰਨ ਲੱਗ ਜਾਂਦੇ ਆ। ਤਾਂ ਅਸੀਂ ਇਹ ਸੋਚਿਆ ਵੀ ਇੱਕ ਬਿਲਡਿੰਗ ਹੋਰ ਚਾਹੀਦੀ ਸਾਨੂੰ, ਅਤੇ ਉਹਦੇ 'ਚ ਕਿਉਂਕਿ ਮੇਰੀ ਤਾਂ ਸਮਰੱਥਾ ਹੈ ਨਹੀਂ ਸੀ। ਫਿਰ ਮੈਂ ਕੋਸ਼ਿਸ਼ ਕੀਤੀ ਕੁਛ ਬਿਜ਼ਨਸਮੈਨ ਨਾਲ ਜੋੜਨ ਦੀ, ਤਾਂ ਕਿ ਜਿਹੜਾ ਅਸੀਂ ਇਹਨੂੰ ਵਧਾ ਛੜਾ ਸਕੀਏ। ਅਤੇ ਬਾਕੀ ਸ਼ਹਿਰਾਂ 'ਚ ਵੀ ਅਸੀਂ ਐਕਸਪੈਂਡ ਕਰਨਾ। ਤਾਂ ਵੀ ਹੁਣ 2 ਮਾਡਲ ਸੀ ਮੇਰੇ ਕੋਲ। ਇੱਕ ਮਾਡਲ ਸੀਗਾ ਸਮਾਜ ਸੇਵਾ ਵਾਲਾ, ਉਹ ਮੈਂ ਕੋਸ਼ਿਸ਼ ਕੀਤੀ ਪਹਿਲਾਂ ਕਿ ਸਮਾਜ ਸੇਵਾ ਵਾਲੇ ਬੰਦੇ ਨੂੰ ਜੋੜਾਂ ਉਹਨਾਂ ਨਾਲ, ਪਰ ਮੇਰੀ ਕੋਈ ਬਹੁਤੀ ਚੱਲੀ ਨਹੀਂ, ਕਿਉਂਕਿ ਹਰ ਬੰਦੇ ਨੂੰ ਆਪਣਾ ਕੋਈ ਸਮਾਜ ਸੇਵਾ ਦੇ ਅੰਦਰ ਅੱਜ ਕੱਲ੍ਹ ਇੱਕ ਟਰੈਂਡ ਬਣ ਗਿਆ ਕਿ ਫੋਟੋਆਂ ਖਿਚਾਉਣ ਵਾਲਾ ਅਤੇ ਬੱਲੇ ਕਰਾਉਣ ਵਾਲਾ ਮਾਡਲ 'ਚ ਉਹ ਜ਼ਿਆਦਾ ਹੈ। ਅਤੇ ਇਹ ਮਾਡਲ ਹੈਗਾ ਬਹੁਤ ਹੀ ਸੀਰੀਅਸ ਮਾਡਲ, ਜਿਸ 'ਚ ਕਿ ਰਾਦਰ ਤੁਹਾਨੂੰ ਰਿਸਕ ਹੈ ਕਿ ਕੱਲ੍ਹ ਨੂੰ ਤੁਹਾਡੇ ਕੇਸ ਵੀ ਪੈ ਸਕਦਾ। ਹੁਣ ਜੋ ਅਸੀਂ ਕੰਮ ਓਪਨਲੀ ਡਿਕਲੇਅਰ ਕਰ ਰਹੇ ਹਾਂ, ਇੱਦਾਂ ਤਾਂ ਕਿਸੇ ਵੇਲੇ ਵੀ ਕਹਿ ਕੇ ਕੇਸ ਪਾ ਦੇਣਗੇ ਵੀ ਤੁਸੀਂ ਤੁਹਾਡੇ ਫਾਲਸ ਕਲੇਮਸ ਨੇ, ਅਤੇ ਚਲੋ ਜੀ ਤੁਹਾਡੇ 'ਤੇ ਕੇਸ ਪਾਤਾ ਅਸੀਂ। ਅਤੇ ਜਿੱਦਾਂ ਅਸੀਂ ਕਰੋਨਾ 'ਤੇ ਸਟੈਂਡ ਲੈ ਕੇ ਰੱਖਿਆ, ਉਹਦੇ 'ਤੇ ਵੀ ਰਿਸਕ ਹੈ। ਤਾਂ ਇਹ ਸਮਾਜ ਸੇਵੀ ਜਥੇਬੰਦੀਆਂ ਇੱਦਾਂ ਦੇ ਕੰਮ ਕਰਨ 'ਚ ਬਹੁਤ ਜ਼ਿਆਦਾ ਇੰਥਿਊਜ਼ਿਆਸਟਿਕ ਨਹੀਂ ਹੈਗੀਆਂ। ਉਹ ਫਿਰ ਮੈਂ ਇਹੀ ਸੋਚਿਆ ਵੀ ਕੋਈ ਬਿਜ਼ਨਸਮੈਨ ਡਿਵੈਲਪ ਹੋ ਜਿਹੜਾ ਇਹਦੇ 'ਚ ਥੋੜ੍ਹਾ ਜਿਹਾ ਇਨਵੈਸਟਮੈਂਟ ਕਰੇ, ਕਿਉਂਕਿ ਇਹਦੇ 'ਚ ਇਨਵੈਸਟਮੈਂਟ ਚਾਹੀਦੀ ਹੈ। ਸੋ ਉਹ ਅਸੀਂ ਜੁਆਇੰਟ ਖੋਲ੍ਹਿਆ। ਆਚਾਰੀਆ ਮਨੀਸ਼ ਹੈ, ਉਹ ਇੰਟਰਸਟਡ ਵੀ ਨੇ। ਉਹ ਪਹਿਲਾਂ ਦਵਾਈਆਂ ਦੇ ਮਾਡਲ 'ਤੇ ਚੱਲ ਰਹੇ ਸੀਗੇ, ਆਯੁਰਵੈਦਿਕ ਦਵਾਈਆਂ ਦੇ ਮਾਡਲ 'ਤੇ। ਹੁਣ ਉਹਨਾਂ ਨੇ ਮੇਰੇ ਨਾਲ ਕਮਿਟਮੈਂਟ ਕੀਤੀ ਹੈ ਕਿ ਅਸੀਂ ਇਸ ਮਾਡਲ ਸ਼ਿਫਟ ਕਰਾਂਗੇ, ਅਤੇ ਉਹਨਾਂ ਦੀ ਕਪੈਸਿਟੀ ਵੀ ਹੈਗੀ ਹੈ, ਇਨਵੈਸਟ ਕਰਨ ਦੀ ਵੀ ਕਪੈਸਿਟੀ ਹੈ, ਅਤੇ ਆਲਰੇਡੀ ਵੀ ਉਹ ਕੋਈ 150-200 ਸੈਂਟਰ ਚਲਾ ਰਹੇ ਆ। ਅਤੇ ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਸੈਂਟਰਾਂ ਨੂੰ ਅਸੀਂ ਦਵਾਈਆਂ ਦੇ ਮਾਡਲ ਤੋਂ ਬਦਲ ਕੇ ਡਾਈਟ ਵਾਲੇ ਮਾਡਲ 'ਚ ਲੈ ਜਾਈਏ। ਅਤੇ ਜੇ ਇਹ ਕੰਮ ਸਾਡਾ ਕਾਮਯਾਬ ਹੋ ਗਿਆ ਤਾਂ ਅਸੀਂ ਬੜੀ ਕੁਇਕਲੀ ਲਗਭਗ ਹਰ ਵੱਡੇ ਸ਼ਹਿਰ 'ਚ
ਸਾਲ 2 ਸਾਲ 'ਚ ਹੀ ਕੋਸ਼ਿਸ਼ ਕਰਾਂਗੇ ਕਿ ਅਸੀਂ ਪਹੁੰਚ ਸਕੀਏ। ਸੋ ਇਸ ਕਰਕੇ ਇਹ ਮਾਡਲ ਜਿਹੜਾ ਹੈਗਾ ਇਹਦੀ ਕਾਮਯਾਬੀ ਜਿਹੜੀ ਹੈ ਉਹ ਹੁਣ ਉਹਦੇ ਵਾਸਤੇ ਸਾਨੂੰ ਕੁਛ ਮੈਂ ਕੱਲ੍ਹ ਵੀ ਵੀਡੀਓ ਬਣਾਈ, ਪਹਿਲਾਂ ਵੀ ਵੀਡੀਓ ਬਣਾਈ ਸੀਗੀ ਕਿ ਈਵਨ ਜੇ ਮੈਂ ਇੱਥੇ ਹੈ ਤਾਂ ਇੱਥੇ ਸਾਨੂੰ ਇੱਕ ਹਸਪੀਟਲ ਦੀ ਲੋੜ ਹੈ ਜਿੱਥੇ ਦਾਖਲ ਕਰ ਸਕੀਏ। ਸਾਡੇ ਕੋਲ ਇਹੋ ਜਿਹੇ ਮਰੀਜ਼ ਆ ਜਾਂਦੇ ਜਿਹੜੇ ਦੂਰੋਂ ਆਉਂਦੇ ਆ, ਉਹਨਾਂ ਨੂੰ ਰੋਜ਼ ਸਾਨੂੰ ਕੋਈ ਪੱਟੀ ਵਾਲਾ ਮਰੀਜ਼ ਇਹੋ ਜਿਹਾ ਆ ਗਿਆ, ਕੋਈ ਡਾਇਬਟਿਕ ਫੁੱਟ ਵਾਲਾ ਆ ਗਿਆ, ਕੱਲ੍ਹ ਬੀਬੀ ਆ ਗਈ ਕੈਂਸਰ ਬ੍ਰੈਸਟ ਦਾ ਸੀਗਾ, ਉਹਦੀ ਪੱਟੀ ਕਰਨ ਦੀ ਲੋੜ ਸੀ, ਤਾਂ ਵੀ ਇੱਥੇ ਦਾਖਲ ਕਰਨ ਦੀ ਲੋੜ ਹੈ। ਤਾਂ ਫਿਰ ਉਹਦੇ 'ਚ ਵੀ ਕਿਉਂਕਿ ਹੁਣ ਸਮਾਜ ਸੇਵੀ ਕੋ ਅੱਗੇ ਜਥੇਬੰਦੀ ਨਹੀਂ ਆ ਰਹੀ, ਮੈਂ 1-2 ਵਾਰੀ ਅਪੀਲ ਵੀ ਕਰ ਲਈ, ਉਹਦੇ 'ਚ ਵੀ ਅਸੀਂ ਫਿਰ ਅਪੀਲ ਕਰਦੇ ਹਾਂ ਵੀ ਕਿ ਤੁਹਾਡੇ ਚੈਨਲ ਦੇ ਰਾਹੀਂ ਵੀ ਜੇ ਕੋਈ ਬਿਜ਼ਨਸਮੈਨ ਇੰਟਰਸਟਡ ਹੈ, ਉਹਦੇ 'ਚ ਬਹੁਤ ਜ਼ਿਆਦਾ ਨਾਨੀ ਬਾਨੀ ਨਹੀਂ ਬਣਿਆ ਜਾ ਸਕਦਾ, ਲੇਕਿਨ ਰੀਜ਼ਨੇਬਲ ਪ੍ਰੋਫਿਟਸ ਤੁਹਾਨੂੰ ਹੋ ਜਾਣਗੇ। ਤਾਂ ਜੇ ਕੋਈ ਇੱਦਾਂ ਦਾ ਬਿਜ਼ਨਸਮੈਨ ਹੈ, ਕਿਉਂਕਿ ਕਰੋਨਾ ਨੇ ਸਾਰੇ ਬਿਜ਼ਨਸ ਨੂੰ ਇਸ ਵੇਲੇ ਫੇਲ ਕੀਤਾ, ਤਾਂ ਕੁਛ ਬਿਜ਼ਨਸਮੈਨ ਇਹੋ ਜਿਹੇ ਹੁੰਦੇ ਨੇ ਜਿਹਨਾਂ ਦੇ ਬਿਜ਼ਨਸ ਜਿਹੜੇ ਨੇ ਨਹੀਂ ਠੀਕ ਚੱਲ ਰਹੇ, ਤਾਂ ਅਸੀਂ ਇਹੋ ਜਿਹੇ ਵੀ ਇੰਟਰਸਟਡ ਹਾਂ ਕਿ ਅਸੀਂ ਹਸਪਤਾਲ ਖੋਲ੍ਹੀਏ ਇੱਥੇ ਕੋਈ 30-50 ਬਿਸਤਰਿਆਂ ਦਾ, ਜਿੱਥੇ ਅਸੀਂ ਇੱਕੋ ਥਾਂ 'ਤੇ ਬੈਠ ਕੇ ਕੰਮ ਕਰ ਸਕੀਏ। ਹੁਣ ਦੂਜੀ ਬਿਲਡਿੰਗ ਸਾਨੂੰ ਜਾਣਾ ਪਿਆ, 2 ਬਿਲਡਿੰਗਾਂ 'ਚ ਤਾਂ ਨਿਭਾਉਣਾ ਤਾਂ ਔਖਾ ਹੀ ਹੋਊਗਾ ਨਾ। ਹੁਣ ਮੈਂ ਸਵੇਰੇ ਇੱਥੇ ਬੈਠਦਾ, ਸ਼ਾਮ ਨੂੰ ਫਿਰ ਉੱਧਰ ਜਾਂਦਾ, ਤਾਂ ਇਸ ਕਰਕੇ ਇਹ ਦਿੱਕਤ ਆ ਗਈ। ਅਤੇ ਸੋ ਇਸ ਕਰਕੇ ਇਹ ਵੀ ਨਿਰਬਲ ਜ਼ਰੂਰੀ ਹੈ ਕਿ ਕੁਛ ਬਿਜ਼ਨਸਮੈਨ ਇਹੋ ਜਿਹੇ ਹੋਣ ਜਿਹੜੇ ਕਿ ਇਸ ਮਾਡਲ ਨੂੰ ਸਮਝਦੇ ਹੋਣ ਅਤੇ ਉਹਨਾਂ ਕੋਲ ਪੈਸਾ ਵੀ ਹੋਵੇ ਅਤੇ ਪੈਸਾ ਇਨਵੈਸਟ ਕਰਨ ਨੂੰ ਵੀ ਤਿਆਰ ਹੋਣ। ਕੀ ਤੁਹਾਨੂੰ ਜਿਹੜੇ NRI ਨੇ ਪੰਜਾਬੀ, ਜਿਹੜੇ ਵਿਦੇਸ਼ਾਂ 'ਚ ਬੈਠੇ ਪੰਜਾਬੀ, ਉਹ ਪੰਜਾਬ ਬੜੇ ਫਿਕਰਮੰਦ ਹੁੰਦੇ ਆ ਆਮ ਤੌਰ 'ਤੇ, ਪੰਜਾਬ ਦੀ ਪੋਲੀਟਿਕਸ ਬਾਰੇ, ਪੰਜਾਬ ਦੇ ਕਲਚਰ ਬਾਰੇ, ਪੰਜਾਬ ਦੀ ਹੈਲਥ ਬਾਰੇ, ਕੀ ਤੁਸੀਂ ਉਹਨਾਂ ਤੋਂ ਵੀ ਸਪੋਰਟ ਲੈ ਸਕਦੇ ਹੋ? ਕੋਈ ਵਿਦੇਸ਼ਾਂ 'ਚ ਜਿਹੜੇ ਬੈਠੇ ਪੰਜਾਬੀ ਉਹ ਤੁਹਾਡੀ ਇਸ ਜਿਹੜੀ ਮੁਹਿੰਮ ਨੂੰ ਅੱਗੇ ਤੋਰਨ ਵਾਸਤੇ ਕਿਸ ਤਰ੍ਹਾਂ ਦੀ ਸਪੋਰਟ ਕਰ ਸਕਦੇ ਹੋ? ਹਾਂ ਨਹੀਂ, ਬਹੁਤ ਵਧੀਆ ਗੱਲ ਕੀਤੀ ਤੁਸੀਂ। ਸਾਡੇ ਕੋਲ NRI ਪੇਸ਼ੈਂਟਸ ਬਹੁਤ ਨੇ, ਲਗਭਗ ਕੋਈ ਕੰਟਰੀ ਦੇ ਜਿੱਥੋਂ ਦਾ ਪੇਸ਼ੈਂਟ ਨਹੀਂ ਹੈਗਾ। ਆਸਟ੍ਰੇਲੀਆ ਦੇ ਹੈਗੇ ਆ, USA ਦੇ ਹੈਗੇ ਆ, ਕੈਨੇਡਾ ਦੇ ਤਾਂ ਬਹੁਤ ਜ਼ਿਆਦਾ ਨੇ। ਕੈਨੇਡਾ ਦੇ ਲਗਭਗ ਹਰ ਮੇਜਰ ਸਿਟੀ 'ਤੇ ਸਾਡਾ ਪੇਸ਼ੈਂਟ ਹੈਗਾ, ਯੂਰਪ ਦੇ ਦੇਸ਼ਾਂ 'ਚ ਹੈਗੇ ਆ, ਔਰ ਬੜਾ ਵੰਡਰਫੁਲ ਰਿਸਪੌਂਸ ਹੈ। ਸਾਡਾ ਇੱਕ ਸਿਸਟਮ ਹੈ, ਔਨਲਾਈਨ ਸਿਸਟਮ ਹੈ। ਔਨਲਾਈਨ ਸਿਸਟਮ ਦੇ ਵਿੱਚ ਅਸੀਂ ਇੱਥੇ ਬੈਠੇ ਹੀ ਫਾਈਲ ਬਣਾ ਦਿੰਦੇ ਹਾਂ ਅਤੇ ਉੱਥੇ ਬੈਠੇ ਹੀ ਗਾਈਡ ਕਰ ਦਿੰਦੇ ਹਾਂ ਉਹਨਾਂ ਨੂੰ, ਤਾਂ ਉਹ ਬਹੁਤ ਵਧੀਆ ਰਿਸਪੌਂਸ ਹੈ। ਅਤੇ ਜਿਹੜੇ ਇਹ ਮਿਲਟਸ ਨੇ ਜਿਹੜੇ ਇੱਥੇ ਤੁਸੀਂ ਰਿਕਮੈਂਡ ਕਰਦੇ ਆ, ਉਹ ਵਿਦੇਸ਼ਾਂ ਵਿੱਚ ਉਪਲਬਧ ਹੋਣ ਲੱਗ ਗਏ। ਬੜਾ ਵੰਡਰਫੁਲ, ਕਿਉਂਕਿ ਅੱਜ ਕੱਲ੍ਹ ਸਿਸਟਮ ਬਿਜ਼ਨਸ ਦਾ ਨਾ, ਇੱਕ ਤਾਂ ਐਮਾਜ਼ੋਨ ਨੇ ਸੌਖਾ ਕੀਤਾ ਹੋਇਆ ਕੰਮ, ਐਮਾਜ਼ੋਨ 'ਤੇ ਪਹੁੰਚ ਜਾਂਦੇ ਆ, ਅਤੇ ਇੱਕ ਜਿਹੜੇ ਦੇਸੀ ਸਟੋਰ ਨੇ ਸਾਡੇ, ਉਹ ਦੇਸੀ ਸਟੋਰ ਵੀ ਬੜੇ ਕ੍ਰੀਏਟਿਵ ਨੇ। ਉਹ ਜਦੋਂ ਹੁਣ ਵੈਨਕੂਵਰ ਵਰਗੇ ਦੇ ਟੋਰਾਂਟੋ, ਮਿਸੀਸਾਗਾ ਵਰਗੇ ਸ਼ਹਿਰਾਂ 'ਚ ਜਦੋਂ ਲੋਕਾਂ ਨੇ ਮੰਗੇ ਤਾਂ ਉਹ ਨਾਲ ਦੀ ਨਾਲ ਅਵੇਲੇਬਲ ਹੋਣ ਲੱਗ ਗਏ, ਉਹਨਾਂ ਨੇ ਮੰਗਵਾਉਣੇ ਸ਼ੁਰੂ ਕਰਤੇ। ਤਾਂ ਲਗਭਗ ਯੂਰਪ ਦੇ ਵੀ ਲਗਭਗ ਸਾਰੇ ਦੇਸ਼ਾਂ 'ਚ ਇਹੀ ਹੋ ਗਿਆ, ਆਸਟ੍ਰੇਲੀਆ ਦੇ ਹੋ ਗਿਆ। ਤਾਂ ਉਹ ਦੇਸੀ ਸਟੋਰ ਜਿਹੜੇ ਸਾਡੇ ਨੇ ਉਹੀ ਮੰਗਵਾਉਣ ਲੱਗੇ ਆ। ਤਾਂ ਇਹ ਪ੍ਰੋਬਲਮ ਨਹੀਂ ਮੇਰੇ ਖਿਆਲ 'ਚ ਆਏਗੀ, ਕਿਉਂਕਿ ਦੁਨੀਆ 'ਚ ਮੂਵਮੈਂਟ ਬਹੁਤ ਹੈ। ਉਹ ਤਾਂ ਕਰੋਨਾ ਕਰਕੇ ਥੋੜ੍ਹਾ ਸਲੋ ਹੈ, ਅਗਰ ਕਰੋਨਾ ਨਾ ਆਇਆ ਹੁੰਦਾ ਤਾਂ ਇਸ ਤੋਂ ਵੀ ਸਪੀਡ ਤੇਜ਼ ਹੋਣੀ ਸੀਗੀ। ਤਾਂ ਇਸ ਕਰਕੇ ਉਹ ਦਿੱਕਤ ਨਹੀਂ ਆਏਗੀ। ਅਤੇ NRI ਜਿਹੜਾ ਜਿੱਥੋਂ ਤੱਕ ਹੈਲਪ ਦਾ ਸਵਾਲ ਹੈ, ਹੈਲਪ ਕਰਦੇ ਆ, ਆਫਰ ਕਰਦੇ ਆ ਵੀ ਤੁਸੀਂ ਦੱਸੋ ਕੀ ਕਰਨਾ, ਪਰ ਉਹ ਆਫਰ ਲੈਣ ਲਈ ਵੀ ਤਾਂ ਕੋਈ ਸੋਲਿਡ ਬੰਦਾ ਚਾਹੀਦਾ ਜਿਹਦੇ ਕੋਲ 4 ਪੈਸੇ ਹੋਣ। ਮੇਰੇ ਤਾਂ ਪੱਲੇ ਕੁਛ ਨਹੀਂ ਹੈ, ਮੈਂ ਤਾਂ ਨੌਕਰੀ ਕੀਤੀ ਹੈ ਅਤੇ ਮੇਰਾ ਤਾਂ ਹੈਂਡ ਟੂ ਮਾਊਥ ਵਾਲਾ ਕੰਮ ਰਿਹਾ। ਸੋ ਮੇਰੇ ਕੋਲ ਤਾਂ ਇਹੋ ਜਿਹੀ ਸਮਰੱਥਾ ਹੈ ਨਹੀਂ ਕਿ ਮੈਂ ਸ਼ੁਰੂ ਵੀ ਕਰ ਸਕਾਂ। ਉਹ ਹੈਲਪ ਉਦੋਂ ਆਉਂਦੀ NRI ਦੀ ਜਦੋਂ ਬੇਸਿਕ ਕੁਛ ਸ਼ੁਰੂ ਕਰਨ ਲਈ ਤੁਹਾਡੇ ਕੋਲ ਸਰਟਨ ਮਿਨੀਮਮ ਤਾਂ ਹੋਵੇ ਨਾ, ਕੋਈ ਲੈਂਡ ਹੋਵੇ, ਕੋਈ ਇਨਵੈਸਟਮੈਂਟ ਹੋਵੇ, ਕੋਈ ਬਿਲਡਿੰਗ ਹੋਵੇ, ਉੱਥੇ ਤੁਸੀਂ ਕਹੋ ਵੀ ਹਾਂ ਅਸੀਂ ਇਹਨੂੰ ਐਕਸਪੈਂਡ ਕਰਨਾ ਅਤੇ ਸਾਨੂੰ ਆਹ ਹੈਲਪ ਦਿਓ, ਕਿਉਂਕਿ ਉੱਥੇ ਹੈਲਪ ਨੂੰ ਔਰਗਨਾਈਜ਼ ਕਰਨ ਵਾਲਾ ਕੋਈ ਬੰਦਾ ਨਹੀਂ ਹੈ। ਉਹ ਇਕੱਲੇ ਕਹਿੰਦੇ ਆ ਵੀ ਹਾਂ ਤੁਸੀਂ ਸਾਨੂੰ ਦੱਸੋ। ਜੇ ਅੱਜ ਅਸੀਂ ਅਪੀਲ ਕਰੀਏ NRI ਵੀਰਾਂ ਨੂੰ ਤਾਂ ਕਰਨਗੇ ਹੈਲਪ ਡੈਫੀਨੇਟਲੀ, ਪਰ ਉਹ ਇੱਕ ਸੈਕੰਡ ਸਟੇਜ 'ਤੇ ਆਏਗੀ। ਜਦ ਪ੍ਰਾਇਮਰੀ ਸਟੇਜ 'ਤੇ ਕੋਈ ਇਹੋ ਜਿਹਾ ਬੰਦਾ ਚਾਹੀਦਾ ਜਿਹੜਾ ਥੋੜ੍ਹੀ ਬਿਲਡਿੰਗ ਬਣਾ ਸਕਦਾ ਹੋਵੇ, ਕੋਈ ਪੈਸੇ ਲਾ ਸਕਦਾ ਹੋਵੇ, ਤਾਂ ਉਹ ਜੇ ਮਿਲ ਜਾਏਗਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਪਟਿਆਲੇ 'ਚ ਅਸੀਂ ਕੋਈ 50 ਬਿਸਤਰਿਆਂ ਦਾ ਹਸਪਤਾਲ ਬਣਾਈਏ ਜਿਹੜਾ ਸਿੰਪਲ ਜਿਹਾ ਹੋਵੇ, ਜਿਹਦੇ ਖਰਚਾ ਬਹੁਤ ਜ਼ਿਆਦਾ ਨਾ ਹੋਵੇ। ਅਸੀਂ ਹਸਪਤਾਲ ਲੈਣ ਦੀ ਕੋਸ਼ਿਸ਼ ਕੀਤੀ ਡੇਰਾ ਬਸੀ, ਲੇਕਿਨ ਉਹ ਮੈਨੂੰ ਖੁਦ ਹੀ ਜਿਹੜੀ ਉਹਦੇ 'ਚ ਕੁਛ ਦਿੱਕਤਾਂ ਆ ਗਈਆਂ, ਕਿਉਂਕਿ ਉਹਦੀ ਜਿਹੜਾ ਬੇਸਿਕ ਆਰਕੀਟੈਕਚਰ ਹੀ ਹੈ, ਉਹ ਬਿਲਡਿੰਗ ਇੰਨੀ ਮਹਿੰਗੀ ਹੈ ਅਤੇ ਉਹ ਇੰਨੀ ਬਿਜਲੀ ਦੇ ਓਰੀਐਂਟਡ ਹੈ ਅਤੇ AC ਓਰੀਐਂਟਡ ਹੈ ਕਿ ਉਹ ਮਹਿੰਗਾ ਬਹੁਤ ਹੈ। ਅਤੇ ਅਸੀਂ ਇੱਥੇ ਜੇ ਪਟਿਆਲੇ ਅਗਰ ਬਣਾਵਾਂਗੇ ਹਸਪੀਟਲ ਤਾਂ ਅਸੀਂ ਬਹੁਤ ਸਿੰਪਲ ਜਿਹਾ ਬਣਾਵਾਂਗੇ, ਜਿਹਦੇ 'ਚ ਕਿ ਮਰੀਜ਼ ਦਾ ਖਰਚਾ ਇੰਨਾ ਕੁ ਹੋਵੇ, ਇੰਨਾ ਘੱਟ ਹੋਵੇ ਕਿ ਹਰ ਮਰੀਜ਼ ਜਿਹੜਾ ਅਫੋਰਡ ਕਰ ਸਕਦਾ ਹੋਵੇ। ਸੋ ਬਹੁਤ ਜ਼ਿਆਦਾ ਅਮੀਰ ਬੰਦੇ ਲਈ ਤਾਂ ਫੈਸਿਲਿਟੀਜ਼ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਅਸੀਂ। ਉਹ ਡੇਰਾ ਬਸੀ ਹਸਪੀਟਲ ਹੈਗਾ, ਲੇਕਿਨ ਉੱਥੇ ਤਾਂ ਸਿਰਫ ਅਮੀਰ ਬੰਦਾ ਜਾ ਸਕਦਾ, ਕਿਉਂਕਿ ਉਹ ਢਾਂਚਾ ਹੀ ਇੱਦਾਂ ਦਾ ਉਹਦਾ ਬਿਲਡਿੰਗ ਦਾ ਕਿ ਉਹਦੇ ਵਿੱਚ ਤੁਹਾਡਾ ਖਰਚਾ ਹੀ ਬਹੁਤ ਜ਼ਿਆਦਾ। ਅਤੇ ਉਹ ਇੱਕ ਕਿਸਮ ਦਾ ਜਿਹਨੂੰ ਕਹਿੰਦੇ ਉਹ ਬਣ ਗਿਆ ਹੋਇਆ ਰਿਜ਼ੋਰਟ, ਉਹ ਰਿਜ਼ੋਰਟ ਬਣ ਗਿਆ। ਉਹ ਉੱਥੇ ਜਿਹੜਾ ਬੰਦਾ ਪੇ ਕਰ ਸਕਦਾ 8-10 ਹਜ਼ਾਰ ਰੁਪਈਆ ਰੋਜ਼ ਦਾ, ਉਹੀ ਜਾ ਸਕਦਾ।
ਤੇ ਡਾਕਟਰ ਸਾਹਿਬ ਇੰਨਾ ਵੱਡਾ ਪ੍ਰੋਜੈਕਟ ਮੇਰਾ ਖਿਆਲ ਤੁਹਾਡੇ ਇਕੱਲਿਆਂ ਦੇ ਤਾਂ ਵੱਸ ਦੀ ਗੱਲ ਨਹੀਂ ਕਿ ਜਿਹੜੇ ਮਰੀਜ਼ ਆ ਉਹਨਾਂ ਦਾ ਵੀ ਬਹੁਤ ਰਸ਼ ਪੈ ਰਿਹਾ ਤੇ ਇਹ ਤੁਹਾਡਾ ਅੱਗੇ ਦੇ ਅੱਗੇ ਵੱਧ ਰਹੇ ਨੇ ਮਰੀਜ਼। ਤੁਸੀਂ ਆਪਦਾ ਸਟਾਫ ਵੀ ਟ੍ਰੇਨਡ ਕਰਦੇ ਹੋਗੇ, ਕਿੰਨਾ ਕੁ ਸਟਾਫ? ਨਹੀਂ, ਬਹੁਤ ਸਾਡਾ ਸਟਾਫ ਜਿਹੜਾ ਹੈ ਅਸੀਂ ਸਾਡਾ ਟ੍ਰੇਨਿੰਗ ਘੰਟੇ ਲਗਾਤਾਰ ਚੱਲਦੀ ਰਹਿੰਦੀ ਹੈ। ਸਾਡਾ ਇੱਥੋਂ ਦਾ ਸਟਾਫ ਹੀ ਨਹੀਂ ਇਕੱਲਾ, ਸਾਡੇ ਕੋਲ ਬਾਹਰੋਂ ਟ੍ਰੇਨਿੰਗ ਲੈਣ ਲਈ ਬਹੁਤ ਬੰਦੇ ਆਏ ਹੋਏ ਆ। ਹੁਣ ਵੀ ਇਸ ਵੇਲੇ ਜਿਹੜਾ ਅੰਮ੍ਰਿਤਸਰ ਦਾ ਇੱਕ ਬੰਦਾ ਟ੍ਰੇਨਿੰਗ ਲੈ ਰਿਹਾ, ਇੱਕ ਬੰਦੇ ਨੇ ਕੈਨੇਡਾ ਜਾਣਾ ਉਹ ਟ੍ਰੇਨਿੰਗ ਲੈ ਰਿਹਾ, ਅਤੇ ਉਹ ਕੋਈ ਨਾ ਕੋਈ ਮਤਲਬ 5-7 ਬੰਦੇ ਸਾਡੇ ਕੋਲ ਆਉਂਦੇ ਹੀ ਰਹਿੰਦੇ ਆ ਕੋਈ ਨਾ ਕੋਈ ਟ੍ਰੇਨਿੰਗ ਲੈਣ ਲਈ। ਉਹ ਟ੍ਰੇਨਿੰਗ ਚੱਲ ਰਹੀ ਹੈ ਉਹ। ਤੇ ਡਾਕਟਰ ਸਾਹਿਬ ਅਖੀਰ ਵਿੱਚ ਸਾਡੇ ਦਰਸ਼ਕਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ? ਮੈਂ ਤਾਂ ਇਹੀ ਸੰਦੇਸ਼ ਦੇਣਾ ਚਾਹੂੰਗਾ ਕਿ ਜਿਹੜਾ ਫੇਲ ਹੋ ਰਿਹਾ ਮਾਡਲ ਹੈ, ਉਹ ਚਾਹੇ ਖੇਤੀ ਹੈ, ਚਾਹੇ ਇੰਡਸਟਰੀ ਹੈ, ਅਤੇ ਚਾਹੇ ਹਿਊਮਨ ਹੈਲਥ ਹੈ, ਇਹ ਸਾਰੇ ਜਿਹੜੇ ਨੇ ਇਹ ਸਮੇਂ ਦੇ ਨਾਲ ਬਦਲਦੇ ਆ। ਅੱਜ ਲੋੜ ਅਸੀਂ ਖੇਤੀ ਨੂੰ ਬਦਲੀਏ, ਕੈਮੀਕਲ ਮਾਡਲ ਤੋਂ ਅਸੀਂ ਆਰਗੈਨਿਕ ਖੇਤੀ 'ਤੇ ਆਈਏ, ਕਿਉਂਕਿ ਜਦ ਤੱਕ ਤੁਸੀਂ ਮਤਲਬ ਇਹ ਕਿੱਡੀ ਅਜੀਬ ਗੱਲ ਹੈ ਕਿ ਅਸੀਂ ਆਪਣੇ ਖਾਣੇ 'ਚ ਆਪ ਹੀ ਜ਼ਹਿਰ ਪਾ ਰਹੇ ਹਾਂ। ਇਸ ਤੋਂ ਮਤਲਬ ਬੇਵਕੂਫਾਨਾ ਹਰਕਤ ਹੋਰ ਕੀ ਹੋ ਸਕਦੀ ਹੈ ਵੀ ਪਹਿਲਾਂ ਤੁਸੀਂ ਖੇਤੀ ਜ਼ਹਿਰ ਪਾ ਰਹੇ ਹੋ, ਫਿਰ 'ਚੋਂ ਖਾਣਾ ਖਾ ਰਹੇ ਹੋ। ਤਾਂ ਖੇਤੀ ਨੂੰ ਬਦਲਣ ਦੀ ਲੋੜ ਹੈ, ਇੰਡਸਟਰੀ ਨੂੰ ਬਦਲਣ ਦੀ ਲੋੜ ਹੈ। ਜਿਹੜੀ ਇੰਡਸਟਰੀ ਜਿਹੜੀ ਹੈ ਹਾਈਲੀ ਟੌਕਸਿਕ ਹੈ, ਉਹ ਜਿਹੜੀ ਪੋਲਿਊਸ਼ਨ ਕਰ ਰਹੀ ਹੈ, ਪ੍ਰਦੂਸ਼ਣ ਕਰਦੀ ਹੈ। ਔਰ ਦੂਜੀ ਗੱਲ, ਫੂਡ ਨੂੰ ਬਿਨਾਂ ਮਤਲਬ ਦੇ ਪ੍ਰੋਸੈਸ ਔਰ ਡਿਸਟਰੋਏ ਕਰਦੀ ਹੈ। ਜਿੱਦਾਂ ਪਾਣੀ ਦੀ ਇੰਡਸਟਰੀ ਹੈ, ਕੋਲਡ ਡਰਿੰਕਸ ਦੀ ਇੰਡਸਟਰੀ ਹੈ, ਪੈਕਿੰਗ ਦੀ ਇੰਡਸਟਰੀ ਹੈ, ਫਾਸਟ ਫੂਡ ਦੀ ਇੰਡਸਟਰੀ ਹੈ। ਇਹ ਨਾਲੇ ਤਾਂ ਮਹਿੰਗਾ ਕਰਦੇ ਆ, ਨਾਲੇ ਉਹਦਾ ਸੱਤਿਆਨਾਸ਼ ਮਾਰਦੇ ਆ ਖਾਣੇ ਦਾ, ਨਾਲੇ ਉਹ ਜ਼ਹਿਰ ਪਾਉਂਦੇ ਆ, ਫਿਰ ਨਾਲੇ ਫਿਰ ਸਾਡੀ ਜੇਬਾਂ ਕੱਟਦੇ ਆ। ਇਹ ਇੰਡਸਟਰੀ ਦਾ ਮਾਡਲ ਵੀ ਬਦਲਣ ਦੀ ਲੋੜ ਹੈ। ਸਾਨੂੰ ਅੱਜ ਲੋੜ ਹੈ ਕਿ ਖੇਤੀ ਸੈਂਟਰਿਕ, ਕਿਸਾਨ ਸੈਂਟਰਿਕ ਮਾਡਲ ਹੋਵੇ, ਜਿੱਥੇ ਕਿਸਾਨ ਪ੍ਰਾਇਮਰੀ ਹੋਵੇ, ਕਿਉਂਕਿ ਬੇਸਿਕ ਪ੍ਰੋਡਿਊਸਰ ਉਹ ਹੈ। ਜੇ ਆਪਾਂ ਕਹੀਏ ਤਾਂ ਕੁਦਰਤ ਦਾ ਅਤੇ ਸਮਾਜ ਦਾ ਸੱਚਾ ਪੁੱਤਰ ਜਿਹੜਾ ਕਿਸਾਨ ਹੈ, ਔਰ ਖਾਸ ਕਰਕੇ ਛੋਟਾ ਅਤੇ ਮੱਧਮ ਕਿਸਾਨ ਜਿਹੜਾ ਉਹਨੂੰ ਬਚਾਉਣਾ ਬੇਹੱਦ ਜ਼ਰੂਰੀ ਹੈ, ਜਿਹੜਾ ਕਿ ਅੱਜ ਅੰਦੋਲਨ ਕਰ ਰਿਹਾ। ਅੱਜ ਅੰਦੋਲਨ ਨਾ ਹੁੰਦਾ ਤਾਂ ਜੇ ਆਉਣ ਵਾਲੇ 10 ਸਾਲ 'ਚ ਕਿਸਾਨੀ ਨੂੰ ਬੜਾ ਵੱਡਾ ਖਤਰਾ ਖੜਾ ਹੋ ਜਾਣਾ ਸੀਗਾ। ਅੱਜ ਅਸੀਂ ਧੰਨਵਾਦੀ ਉਹਨਾਂ ਜਥੇਬੰਦੀਆਂ ਦੇ ਜਿਨ੍ਹਾਂ ਨੇ ਅੰਦੋਲਨ ਖੜਾ ਕਰਕੇ ਕਿਸਾਨੀ ਨੂੰ ਬਚਾ ਲਿਆ। ਅਤੇ ਇਹ ਹੁਣ ਅੰਦੋਲਨ ਇੰਨਾ ਕੁ ਵੱਡਾ ਹੋ ਗਿਆ ਕਿ ਪੂਰੇ ਹਿੰਦੁਸਤਾਨ ਦੇ ਅੰਦਰ, ਮੈਂ ਕਹਿੰਦਾ ਦੁਨੀਆ ਦਾ ਪਹਿਲਾ ਮੁਲਕ ਹਿੰਦੁਸਤਾਨ ਹੋਏਗਾ ਜਿੱਥੇ ਕਿ ਕਿਸਾਨ ਇੰਨਾ ਪਾਵਰਫੁਲ ਹੈ ਕਿ ਉਹ ਫੈਸਲਾ ਕਰੇਗਾ ਕਿ ਸਰਕਾਰਾਂ ਕਿਹੜੀਆਂ ਆਉਣੀਆਂ ਨੇ। ਤਾਂ ਇਹ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ 'ਚ ਹਿੰਦੁਸਤਾਨ ਇੱਕ ਬਹੁਤ ਐਗਜ਼ੈਂਪਲ ਬਣਨ ਜਾ ਰਿਹਾ ਕਿ ਜਿੱਥੇ ਕਿ ਕਿਸਾਨ ਦੀ ਔਕਾਤ ਜਿਹੜੀ ਹੈ ਉਹ ਸਭ ਤੋਂ ਉੱਪਰ ਹੋਏਗੀ। ਔਰ ਮੈਂ ਸਮਝਦਾ ਕਿ ਜਾਇਜ਼ ਆ ਉਹਦੇ ਬਿਨਾਂ, ਕਿਸਾਨ ਤੋਂ ਬਿਨਾਂ ਸਾਡਾ ਕੁਛ ਵੀ ਨਹੀਂ ਹੈ। ਤਾਂ ਕਿਸਾਨ ਇੱਕ ਇਹੋ ਜਿਹਾ ਕਿਸਾਨ ਕੇਂਦਰਿਤ ਅਤੇ ਖੇਤੀ ਕੇਂਦਰਿਤ ਪੂਰਾ ਸਮਾਜ ਹੋਵੇ, ਉਹਦੇ ਆਲੇ ਦੁਆਲੇ ਇੰਡਸਟਰੀ ਹੋਵੇ ਜਿਹੜੀ ਕਿ ਜਿੱਥੇ ਉੱਥੇ ਹੀ ਉਹ ਬੱਚੇ ਜਿਹੜੇ ਰੁਜ਼ਗਾਰ ਜਿਹਨਾਂ ਨੂੰ ਨਹੀਂ ਮਿਲ ਰਿਹਾ, ਉਹ ਖੇਤੀ ਦੇ ਉਹਨਾਂ ਪ੍ਰੋਡਕਟਸ ਦੇ ਉੱਪਰ ਕੰਮ ਕਰਨ, ਅਤੇ ਉੱਥੇ ਨਿੱਕੀ ਅਤੇ ਮੱਧਮ ਇੰਡਸਟਰੀ ਲੱਗੀ ਹੋਵੇ, ਉਹ ਚੀਜ਼ਾਂ ਪੈਦਾ ਕਰੇ। ਅਤੇ ਉਹੀ ਜਿਹੜੇ ਛੋਟੇ ਬਿਜ਼ਨਸਮੈਨ ਨੇ, ਰੇਹੜੀ ਵਾਲਾ, ਫੜੀ ਵਾਲਾ, ਦੁਕਾਨਦਾਰ, ਕੋਈ ਛੋਟਾ ਮੈਨੇਜਰ ਟਾਈਪ ਚੀਜ਼ਾਂ, ਤਾਂ ਇਹਦੇ 'ਚ ਕਾਰਪੋਰੇਟ ਦਾ ਕੋਈ ਰੋਲ ਨਹੀਂ ਹੈ ਸਮਾਜ ਦੇ ਅੰਦਰ। ਇਸ ਵੇਲੇ ਅਸੀਂ ਇਸ ਸਟੇਜ 'ਤੇ ਪਹੁੰਚ ਚੁੱਕੇ ਹਾਂ ਨਿਰਮਲ ਜੀ ਕਿ ਕਾਰਪੋਰੇਟ ਜਿਹੜਾ ਵੱਡਾ ਹਿਊਜ ਦਿਓਗਾ ਤਾਂ ਕਾਰਪੋਰੇਟ ਹੈ, ਇਹਦਾ ਸਮਾਜ ਦੇ ਅੰਦਰ ਕੋਈ ਦੇਣ ਨਹੀਂ ਹੈ। ਇਹਨਾਂ ਦੀ ਦੇਣ ਕਿਸੇ ਲੈਵਲ 'ਤੇ ਸੀਗੀ, ਕੈਪੀਟਲਿਜ਼ਮ ਜਦੋਂ ਡਿਵੈਲਪ ਹੋ ਰਿਹਾ ਸੀਗਾ, ਲੇਕਿਨ ਅੱਜ ਕੈਪੀਟਲਿਜ਼ਮ ਦਾ ਜਿਹੜਾ ਮਾਡਲ ਹੁਣ ਇਸ ਵੇਲੇ ਐਗਜ਼ਿਸਟ ਕਰ ਰਿਹਾ, ਇਹ ਆਊਟਡੇਟਡ ਮਾਡਲ ਹੈ। ਇਹਨੂੰ ਬਦਲ ਕੇ ਇੱਕ ਇਹੋ ਜਿਹਾ ਮਾਡਲ ਲੈ ਕੇ ਆਉਣਾ ਚਾਹੀਦਾ ਜਿਹੜਾ ਕਿ ਇੰਪਲੋਇਮੈਂਟ ਓਰੀਐਂਟਡ ਹੋਵੇ, ਖੇਤੀ ਕੇਂਦਰਿਤ ਹੋਵੇ, ਕੰਜ਼ਿਊਮਰ ਕੇਂਦਰਿਤ ਹੋਵੇ, ਨੇਚਰ ਕੇਂਦਰਿਤ ਹੋਵੇ, ਔਰ ਹਿਊਮਨ ਹੈਲਥ ਦੇ ਕੇਂਦਰਿਤ ਹੋਵੇ। ਸੋ ਡਾਕਟਰ ਸਾਹਿਬ, ਮਨੁੱਖਤਾ ਦੇ ਸੁਧਾਰ ਲਈ ਤੁਸੀਂ ਇੱਕ ਬਹੁਤ ਵੱਡਾ ਬੀੜਾ ਚੁੱਕਿਆ। ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਨੇ। ਮੈਨੂੰ ਆਸ ਹੈ ਕਿ ਆਉਣ ਵਾਲੇ ਥੋੜ੍ਹੇ ਸਮੇਂ 'ਚ ਵੀ ਪੂਰੇ ਜਿਹੜੇ ਹੈਗੇ ਸਾਡੇ ਘੱਟੋ ਘੱਟ ਪੰਜਾਬ ਦਾ ਜਿਹੜਾ ਵੱਡਾ ਹਿੱਸਾ ਤੁਹਾਡੇ ਨਾਲ ਹੋਵੇਗਾ ਅਤੇ ਇਸ ਪ੍ਰੋਜੈਕਟ 'ਚ ਤੁਹਾਡਾ ਸਾਥ ਦੇਵੇਗਾ। ਤੁਹਾਡਾ ਧੰਨਵਾਦ ਜੀ। ਧੰਨਵਾਦ ਜੀ।